निजी साहब कफावे होंगे ना। हाँ जी हाँ जी, नहीं कोई नहीं बस सानू तो प्रेजेंस ही है आ गए, बस वधिया है जी, बस मालक परमात्मा नाले ਦੀ ਮਿਹਰ। ਕੰਮ ਨੂੰ ਕਰਨੇ ਦੇ ਘਰਾਂ ਦੇ ਤੁਹਾਨੂੰ ਪਤਾ ਨਿੱਕੇ ਨਿੱਕੇ ਹਾਂਜੀ ਅੱਜ ਆਪਾਂ 973 ਅੰਗ ਦੇ ਉੱਤੇ ਹੀ ਹੈਗੇ ਆ ਤੇ ਬਾਣੀ ਜਿਹੜੀ ਲੈ ਰਹੇ ਆ ਆਪਾਂ ਇਹ ਨਾਮਦੇਵ ਜੀ ਦੀ ਬਾਣੀ ਲੈ ਰਹੇ ਆ। ਪਹਿਲਾਂ ਆਪਾਂ ਨੇ ਜਿਹੜੇ ਹੈਗੇ ਆ ਇਹ ਨਾਮਦੇਵ ਜੀ ਦੀ ਹਾਲੇ ਮੇਰੇ ਖਿਆਲ ਬਾਣੀ ਪਹਿਲਾਂ ਵੀ ਚੱਲੀ ਸੀ, ਦੂਸਰਾ ਹੁਣ ਤੀਸਰਾ ਸ਼ਬਦ ਹੈ ਨਾਮਦੇਵ ਜੀ ਦਾ। ਇਹ ਰਾਮਕਲੀ ਰਾਗ ਦੇ ਵਿੱਚ 973 973 ਅੰਗ ਦੇ ਉੱਤੇ ਹੈਗੇ ਆ। ਇਸ ਤੋਂ ਬਾਅਦ ਵੀ ਨਾਮਦੇਵ ਜੀ ਦਾ ਇੱਕ ਹੋਰ ਸ਼ਬਦ ਹੈਗਾ ਤੇ ਔਰ ਫਿਰ ਰਵਿਦਾਸ ਜੀ ਦੀ ਬਾਣੀ ਸ਼ੁਰੂ ਹੋਏਗੀ ਜੀ। ਇੱਕ ਸੈਕਿੰਡ, ਇਹਦੇ ਵਿੱਚ ਨਾਮਦੇਵ ਜੀ ਕਹਿ ਰਹੇ ਕਿ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ। ਤੂੰ ਜਿਹੜਾ ਹੈਗਾ ਨਾ ਤੂੰ ਕਹਿੰਦਾ ਕਿ ਆ ਮੇਰੀ ਮਾਂ ਹੈ, ਮੇਰਾ ਬਾਪ ਹੈ, ਮੇਰੀ ਘਰ ਵਾਲੀ ਹੈ, ਮੇਰੇ ਬੱਚੇ ਹੈਗੇ, ਮੇਰਾ ਫਲਾਨਾ ਹੈਗਾ, ਮੇਰਾ ਮੈਂ ਹੈਗਾ, ਮੈਂ ਆ ਸਰੀਰ ਹੈਗਾ, ਮੈਂ ਹਰਿੰਦਰ ਸਿੰਘ, ਮੈਂ ਫਲਾਨਾ ਤੇ ਮੈਂ ਟਿਮਕਾ। ਕਹਿੰਦੇ ਕਿੱਥੋਂ ਆਇਆ ਭਾਈ? ਚੱਲ ਹੁਣ ਦੱਸ ਵੀ ਇਹ ਸਾਰਾ ਕੁਛ ਆਇਆ ਕਿੱਥੋਂ? ਇਹ ਜਿੰਨਾ ਵੀ ਤੈਨੂੰ ਆਕਾਰ ਦਿਸ ਰਿਹਾ ਆ ਸਾਰਾ ਕੁਛ ਇਹ ਕਿੱਥੋਂ ਆਇਆ? ਇਹ ਪਹਾੜ ਨਦੀਆਂ ਜੋ ਕੁਛ ਦੁਨੀਆ ਦੇ ਜੀਵ ਸਾਰੇ ਦੇ ਸਾਰੇ ਕਹਿੰਦੇ ਨਾ ਚੱਲ ਪੰਜ ਤੱਤ ਆ, ਕਹਿੰਦੇ ਪੰਜਾਂ ਤੱਤਾਂ ਦੀ ਰਚਨਾ ਹੈਗੀ ਆ। ਧਰਤੀ ਆਕਾਸ਼ ਜਲ ਪਵਨ ਤੇ ਜਿਹੜਾ ਹੈਗਾ ਪਾਣੀ। ਜਲ ਤਾਂ ਹੋ ਗਿਆ ਤੇ ਉਸ ਤੋਂ ਬਾਅਦ ਰਹਿ ਗਿਆ ਕਿਹੜਾ ਜੀ? ਅਗਨੀ। ਆਹ ਜਿਹੜੇ ਪੰਜ ਤੱਤ ਹੈਗੇ, ਫਿਰ ਪੰਜ ਤੱਤ ਕਿੱਥੋਂ ਆ ਗਏ ਭਾਈ? ਜੇ ਪੰਜ ਇੰਨਾ ਮੈਟਰ ਪਰਮਾਤਮਾ ਨੇ ਲੈ ਕੇ ਆਇਆ, ਪਰਮਾਤਮਾ ਕਿੱਥੋਂ ਲੈ ਕੇ ਆਇਆ ਭਾਈ? ਪਰਮਾਤਮਾ ਤੋਂ ਇਲਾਵਾ ਕੁਛ ਵੀ ਨਹੀਂ ਸੀਗਾ ਤੇ ਫਿਰ ਇਹ ਮੈਟਰ ਕਿੱਥੋਂ ਆ ਗਿਆ? ਇਹਦਾ ਮਤਲਬ ਪਰਮਾਤਮਾ ਜਿਹੜਾ ਹੈਗਾ ਇੰਨਾ ਮੈਟਰ ਉਹਦੇ ਅੰਦਰ ਹੈਗਾ, ਪਰਮਾਤਮਾ ਦੇ ਅੰਦਰ, ਉਹਦੇ ਵਿੱਚੋਂ ਇੰਨਾ ਮੈਟਰ ਆ ਜਾਂਦਾ ਹੈ। ਮਾਇਆ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ। ਤੇਰਾ ਕੋਈ ਕਰਮ ਹੀ ਨਹੀਂ ਸੀ, ਕੋਈ ਲੇਖਾ ਹੀ ਨਹੀਂ ਸੀਗਾ, ਤੇਰਾ ਕੋਈ ਹਿਸਾਬ ਕਿਤਾਬ ਵੀ ਨਹੀਂ ਸੀਗਾ ਭਾਈ। ਤੇਰੀ ਕੋਈ ਫਸਲ ਬੀਜੀ ਹੋਈ ਸੀਗੀ ਨਹੀਂ ਕੁਛ ਵੀ, तेरी काया भी नहीं सीगी। हम नहीं होते तुम नहीं होते कवन कहाँ ते आया। कहते जेड़े भी दिस रहे हैं मैं और तू कोई सीगा ही नहीं, कोई भी नहीं सीगा दुनिया ते। ना माँ प्यो भैन भरा, ना कोई कर्म कीता सी किसी ने, ना कोई लेखा सीगा, ना कोई जूना सीगियां, ना कोई कुछ भी नहीं सीगा। कहते भाई फिर दस मैनू ये सारा कुछ कित्थों आया? माए ना होती बाप ना होता कर्म ना होती काया। हम नहीं होते तुम नहीं होते कवन कहाँ ते आया। दसो तो सही भाई बई एवें ही आ गए? तू माड़े जे कुछ तो तू पैदा करके दस दे। जे तू समझदा है तू अपने आप नूं भी फन्ने कहाँ समझदा है? तू माड़ा जे कोई एक रेता दा कहानी बना दे बस। फिर एक बारी पढ़ने नूं जी कर रहा है। माए ना होती बाप ना होता कर्म ना होती काया। हम नहीं होते तुम नहीं होते कवन कहाँ ते आया। राम कोई ना किसी केरा। बस एक राम है, वो मालक परमात्मा हैगा। मालका मैनू समझ आ गई है, मैनू समझ आ गई है, कोई किसी का नहीं हैगा, कोई किसी का नहीं हैगा। सारे राम दे विचों आए, राम दे हैगे, राम च ही जाना हैगा। राम कोई ना किसी केरा जैसे तरवर पंख बसेरा रहाओ। ये तो दरख्त के उत्ते पंछी हैगे आके तेरे विच ही बैठे हुए, तू दरख्त हैगा, तेरे विच ही सारा कुछ हो रहा है। तेरे उत्ते बैठे जाना कित्थे है मालका? कित्थे जाना है दस? रहाओ। माया ना होती बाप ना होता कर्म ना होती काया। हम नहीं होते तुम नहीं होते कवन कहाँ ते आया। हाँ जी गोरखी जी। हाँ जी ठीक है साध संगत जी। ਅੱਜ ਦੀ ਵਿਚਾਰ ਦੇਖਦੇ ਹਾਂ ਆਪਾਂ ਨੂੰ ਕੀ ਸਿਖਾਉਂਦੀ ਹੈ। ਉਹ ਕਹਿੰਦੇ ਨੇ ਮਾਇਆ ਨਾ ਹੋਤੀ ਬਾਪ ਨਾ ਹੋਤਾ ਹੋਤਾ ਕਰਮ ਨਾ ਹੋਤੀ ਕਾਇਆ। ਇਹ ਕਹਿੰਦੇ ਨਾ ਤੇ ਮਾਂ ਹੁੰਦਾ ਨਾ ਪਿਓ ਹੁੰਦਾ
ਨਾ ਕੋਈ ਕਰਮ ਹੁੰਦਾ, ਨਾ ਕਾਇਆ ਹੁੰਦੀ। ਕਹਿਣ ਤੋਂ ਭਾਵ ਇਹ ਸਾਰਾ ਕੁਝ ਨਾ ਹੁੰਦਾ ਤੇ ਕੁਝ ਤੇ ਹੁੰਦਾ। ਬਿਲਕੁਲ ਖਾਸ ਕਰ ਆਪਾਂ ਜਿੱਥੋਂ ਆ ਦੇਖੋ ਇਹ ਚੀਜ਼ ਨੂੰ, ਮਾਂ ਹੀ ਨਹੀਂ ਹੈਗਾ, ਬਾਪ ਨਹੀਂ ਹੈਗਾ, ਇਹ ਸਰੀਰ ਵੀ ਨਹੀਂ ਹੈਗਾ, ਤੇ ਫਿਰ ਕੋਈ ਕਰਮ ਵੀ ਕਿੱਥੋਂ ਹੋਣਾ? ਜਦੋਂ ਸਰੀਰ ਹੀ ਨਹੀਂ ਹੈਗਾ, ਕਰਮ ਤੋਂ ਬਿਨਾਂ ਇਹ ਕਿੱਦਾਂ ਕਰਮ ਹੋਊਗਾ? ਕਰਮ ਤੇ ਆਪਾਂ ਕਰਦੇ ਆ ਨਾ, ਬਿਲਕੁਲ ਆਪਣੇ ਆਪ ਤੇ ਕਰਮ ਥੋੜੀ ਹੋ ਰਿਹਾ ਕੋਈ। ਇਹਨੂੰ ਜੇ ਤੁਹਾਡੇ ਘਰ 'ਚ ਬੱਤੀ ਆ ਰਹੀ ਆ ਤੇ ਇਹਦਾ ਮਤਲਬ ਤੁਸੀਂ ਕਨੈਕਸ਼ਨ ਲਿਆ ਵਾ। ਜੇ ਨਹੀਂ ਕਨੈਕਸ਼ਨ ਲਿਆ ਤੇ ਸੋਲਰ ਸਿਸਟਮ ਦਾ ਅਰੇਂਜਮੈਂਟ ਕੀਤਾ ਹੋਊਗਾ, ਤੁਸੀਂ ਕੀਤਾ ਹੈ ਤੇ ਹੋਇਆ। ਬਿਲਕੁਲ ਨਹੀਂ ਕਰੋਗੇ ਤੇ ਨਹੀਂ ਹੋਊਗਾ। ਤੁਹਾਡਾ ਘਰ ਸਾਫ਼ ਹੋ ਰਿਹਾ, ਇਹਦਾ ਮਤਲਬ ਕੋਈ ਬੰਦਾ ਕੰਮ ਕਰ ਰਿਹਾ ਉੱਥੇ। ਤੁਸੀਂ 2-4 ਮਹੀਨੇ ਸਫਾਈ ਨਾ ਕਰੋ, ਗੰਦ ਪੈ ਜਾਣਾ ਤੁਹਾਡੇ ਘਰ। ਵੈਸੇ ਤੇ ਇੱਕ ਦਿਨ ਹੀ ਬੜਾ ਹੁੰਦਾ, ਜਿੰਨਾ ਘਰ ਨਿਆਣੇ ਹੋਣ ਇੱਕ ਦਿਨ ਬਹੁਤ ਹੈ, ਇੱਕ ਦਿਨ ਚ ਉਹਨਾਂ ਨੇ ਗੰਦ ਪਾ ਦੇਣਾ। ਇਹ ਜੇਕਰ ਇਹ ਪ੍ਰਕਿਰਤੀ ਦਾ ਮਗਰ ਜਿਹੜਾ ਰਚਨਹਾਰਾ ਨਹੀਂ ਆ, ਤੇ ਇਹ ਪ੍ਰਕਿਰਤੀ ਇੰਨੀ ਸਿਸਟਮੈਟਿਕਲੀ ਕਿਉਂ ਚੱਲ ਰਹੀ ਆ? ਤੁਸੀਂ ਦੇਖੋ ਕਿਤੇ ਇੱਕ ਧਰਤੀ ਦੀ ਕਿਸੇ ਵੀ ਚੀਜ਼ 'ਚ, ਤੁਹਾਡੇ ਸਰੀਰ ਦੀ ਬਣਤਰ 'ਚ ਜਾਂ ਬ੍ਰਹਿਮੰਡ ਦੇ ਵਿੱਚ ਆਪ ਨੂੰ ਕੋਈ ਗਲਤੀ ਨਜ਼ਰ ਆਉਂਦੀ ਹੈ? ਇੱਥੇ ਇੱਕ ਗਲਤੀ ਤੇ ਤੁਸੀਂ ਮੈਨੂੰ ਵੇਖ ਲਓ, ਮੈਂ ਕੁਝ ਵੀ ਲਿਖਾਂਗਾ ਜਾਂ ਮੈਂ ਕੁਝ ਕਰਾਂਗਾ, ਹਜ਼ਾਰਾਂ ਗਲਤੀਆਂ ਨੇ ਉਹਦੇ ਵਿੱਚ, ਪਰ ਪ੍ਰਮਾਤਮਾ 'ਚ ਗਲਤੀ ਨਹੀਂ ਲੱਭੀ ਜਾ ਸਕਦੀ। ਬਹੁਤ ਬਹੁਤ ਜ਼ਬਰਦਸਤ ਪੇਂਟਰ ਹੈ ਉਹ। ਉਹਦੇ ਵਰਗਾ ਦੁਨੀਆ ਤੇ ਕੋਈ ਪੇਂਟਰ ਨਹੀਂ, ਉਹਦੇ ਵਰਗਾ ਦੁਨੀਆ ਤੇ ਕੋਈ ਇੰਜੀਨੀਅਰ ਨਹੀਂ, ਉਹਦੇ ਵਰਗਾ ਦੁਨੀਆ ਦੇ ਵਿੱਚ ਆਰਕੀਟੈਕਟ ਨਹੀਂ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ। ਉਹਦੇ ਵਰਗਾ ਦੁਨੀਆ ਦੇ ਵਿੱਚ ਕੋਈ ਇਲੈਕਟ੍ਰੀਕਲ ਇੰਜੀਨੀਅਰ ਨਹੀਂ ਆ। ਉਹਦੇ ਵਰਗਾ ਕੋਈ ਦੁਨੀਆ ਦੇ ਵਿੱਚ ਇੰਟੈਲੀਜੈਂਟ ਮਨੁੱਖ ਨਹੀਂ ਆ। ਬਹੁਤ ਇੰਟੈਲੀਜੈਂਟ ਹੈ, ਪਤਾ ਹੀ ਨਹੀਂ ਉਹਦੀ ਸਿਆਣਪ ਇੰਨੀ ਜ਼ਿਆਦਾ। ਆਪ ਜਸਟ ਸੋਚੋ ਕਿ ਤੁਹਾਡੀ ਬੋਡੀ ਦੇ ਵਿੱਚ ਛੋਟਾ ਜਿਹਾ ਜਨਰੇਟਰ ਲਾਇਆ ਉਹਨੇ, ਜਿਹਦੇ ਨਾਲ ਤੁਸੀਂ ਚੱਲਦੇ ਜੋ, ਬੋਲਦੇ ਜੋ, ਸੁਣਦੇ ਜੋ, ਉਹ ਬੱਤੀ ਹੈਗੀ ਅੰਦਰ। ਅੱਛਾ, ਤੁਸੀਂ ਤੇ ਬਹੁਤ ਵੱਡੇ ਜੋ, ਉਹ ਕੀੜੀ 'ਚ ਵੀ ਸਿਸਟਮ ਫਿੱਟ ਕਰਕੇ ਬੈਠਾ। ਵਾਹ ਜੀ ਵਾਹ। ਉਹ ਕਹਿੰਦੇ ਆ ਕਿ ਵੈਸੇ ਤੇ ਲਿਖਣ ਵਾਲਾ ਕਹਿੰਦਾ ਕਹਿੰਦਾ ਧਰਤੀ ਨੂੰ ਬਣਾਓ ਕਾਪੀ, ਤੇ ਸਾਰੀ ਬਨਸਪਤੀ ਨੂੰ ਵੱਢ ਕੇ ਕਲਮਾ ਬਣਾ ਲਓ, ਤੇ ਸਮੁੰਦਰ ਦੀ ਸ਼ਾਹੀ ਨਾਲ ਲਿਖਣਾ ਸ਼ੁਰੂ ਕਰੋ, ਤੇ ਤੁਹਾਨੂੰ ਪਤਾ ਨਹੀਂ ਲੱਗਣਾ, ਜਿੰਨਾ ਮਰਜ਼ੀ ਲਿਖੀ ਜਾਓ ਉਹਦਾ ਅੰਤ ਹੀ ਨਹੀਂ ਹੈਗਾ। ਇਹ ਬਾਣੀ ਹੈਗੀ ਜੀ। ਅੱਛਾ, ਹਾਂ ਬਾਣੀ ਹੈਗੀ। ਆਪ ਜਸਟ ਸੋਚੋ ਕਰਤਾ ਕਿੰਨਾ ਪਾਵਰਫੁਲ ਹੈ, ਔਰ ਇੰਨਾ ਪਾਵਰਫੁਲ ਹੈ ਤੇ ਕੋਈ ਮੰਨਦਾ ਹਜੇ ਵੀ ਨਹੀਂ ਆ। ਕੌਣ ਮੰਨਦਾ ਪਰਮਾਤਮਾ ਹੈਗਾ? ਇਹ ਜਸਟ ਸੋਚੋ ਮਾਇਆ ਕਿੰਨੀ ਪਾਵਰਫੁਲ ਹੋਊਗੀ। ਬਿਲਕੁਲ। ਕਿਸੇ ਨੂੰ ਕਹੋ, ਉਹ MLA ਨੂੰ, MP ਨੂੰ ਕਹੋ ਕਿ ਰੱਬ ਹੈਗਾ, ਓਏ ਤੇਰਾ ਹਿਸਾਬ ਕਿਤਾਬ ਲੱਗਣਾ। ਕਹਿੰਦਾ ਕਿਹੜਾ ਰੱਬ? ਉਹ ਕਹਿੰਦਾ ਕਿ ਰੱਬ ਰੂਪ ਅਮੀਰ ਬੰਦਿਆਂ ਨੂੰ ਔਰ ਖਾਸ ਕਰਕੇ ਆਪ ਵੱਡੇ ਸੰਤਾਂ ਨੂੰ, ਇਹਨਾਂ ਦੇ ਜੀਵਨ 'ਚ ਕਿੱਥੇ ਰੱਬ ਹੈਗਾ? ਕੋਈ ਰੱਬ ਰੂਪ ਨਹੀਂ ਮੰਨਦੇ। ਰੱਬ ਨੂੰ ਮੰਨਣ ਤੇ ਜੋ ਕੰਮ ਹੀ ਨਾ ਕਰਨ, ਡਰ ਜਾਣ। ਪਰ ਧਾਰਮਿਕ ਮਨੁੱਖ ਜਿਹੜੇ ਹੁੰਦੇ ਨੇ ਬੜੇ ਬੜੇ ਵੱਡੇ, ਇਹ ਧਰਮ ਦੀ ਆੜ ਦੇ ਵਿੱਚ ਪਰਮਾਤਮਾ ਦਾ ਨਾਮ ਵੇਚਦੇ ਨੇ। ਤੇ ਜਿਹੜਾ ਵਿਚਾਰਾ ਕੋਈ ਚੰਗਾ ਭਲਾ ਬੰਦਾ ਹੈ, ਸਹੀ ਗਿਆਨ ਦਿੰਦਾ, ਉਹਨੂੰ ਤੇ ਵੇਖ ਕੇ ਤੁਸੀਂ ਕਹਿ ਦੇਣਾ, ਉਹ ਭਾਈ ਸਾਈਡ ਤੇ ਹੋ ਜਾ, ਤੂੰ ਕੌਣ ਹੈ? ਕਿਉਂਕਿ ਉਹਦੀ ਆਊਟਫੁੱਟ ਤੁਹਾਨੂੰ ਲੱਗਣੀ ਨਹੀਂ ਆ। ਤੁਸੀਂ ਕਹਿਣਾ ਇਹ ਬੰਦਾ ਕੌਣ ਹੈ? ਇੱਕ ਜੁੱਤੀਆਂ ਗੰਢਣ ਵਾਲਾ ਹੈ, ਇੱਕ ਸੂਤ ਕੱਤਣ ਵਾਲਾ ਹੈ। ਉਹਨੂੰ ਵੇਖੋ, ਔਰ ਨਾਮਦੇਵ ਨੂੰ ਵੇਖੋ। ਉਹ ਨਾਮਦੇਵ ਜੀ ਹੈ ਕਿ ਜਿਹਨੇ, ਉਹ ਕੌਣ ਹੈ, ਕਿਹੜਾ ਨਿਜਾ ਸਾਹਿਬ ਜਿਨ੍ਹਾਂ ਨੂੰ ਉਹਨਾਂ ਨੇ ਮੰਦਿਰ ਚੋਂ ਬਾਹਰ? ਨਾਮਦੇਵ ਜੀ ਸੀਗੇ ਗੋਰਖੀ ਸਾਹਿਬ। ਹਾਂਜੀ, ਸਾਧ ਸੰਗਤ ਜੀ ਇਹ ਚੀਜ਼ ਨੂੰ ਵਿਚਾਰ ਕਰੀਏ। ਜਸਟ ਵੈਸੇ ਆਪਾਂ ਗੱਲ ਕਰਦੇ ਹਾਂ, ਡਿਸਕਸ ਕਰਦੇ ਹਾਂ। ਇਹ ਪਰਮਾਤਮਾ ਦੇਖੋ ਇੰਨਾ ਜ਼ਿਆਦਾ ਪਾਵਰਫੁਲ ਹੈ, ਜਿੱਦਾਂ ਤੁਹਾਡਾ ਅੰਗੂਠਾ ਨਹੀਂ ਹੈਗਾ ਹੱਥ ਦਾ, ਤੁਸੀਂ ਇਹਨੂੰ ਕਿਤੇ ਧਿਆਨ ਹੀ ਨਹੀਂ ਦਿੱਤਾ ਵਿਚਾਰਿਆ। ਤੁਹਾਡੇ ਅੰਗੂਠੇ ਦਾ ਇੰਨਾ ਜ਼ਿਆਦਾ ਕੰਮ ਆ, ਤੁਹਾਡਾ ਅੰਗੂਠੇ ਤੋਂ ਬਿਨਾਂ ਹੱਥ ਕਿਸੇ ਕੰਮ ਦਾ ਨਹੀਂ ਜੀ ਨਿਜਰ ਸਾਹਿਬ। ਬਿਲਕੁਲ। ਤੁਸੀਂ ਰੋਟੀ ਨਹੀਂ ਖਾ ਸਕਦੇ, ਤੁਸੀਂ ਇੱਕ ਆਪਣਾ ਨਾਲਾ ਨਹੀਂ ਬਣ ਸਕਦੇ ਨਿਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਤੁਸੀਂ ਅੰਗੂਠੇ ਦੇ ਬਿਨਾਂ ਚਾਹ ਦਾ ਕੱਪ ਫੜ ਕੇ ਦਿਖਾਓ ਮੈਨੂੰ। ਅੰਗੂਠਾ ਦੇਖੋ, ਰੋਟੀ ਤੋੜ ਕੇ ਦਿਖਾਓ। ਚਾਰੋਂ ਉਂਗਲੀਆਂ ਅੰਗੂਠੇ ਦੇ ਨਾਲ ਹੀ ਚੱਲਦੀਆਂ। ਪਰ ਗੁਪਤ ਹੈਗਾ, ਉਹਦੀ ਵੈਲਿਊ ਤੁਹਾਨੂੰ ਪਤਾ ਨਹੀਂ। ਉਹ ਤੇ ਤੁਹਾਨੂੰ ਮੈਂ ਦੱਸਿਆ ਤਾਂ ਤੁਹਾਨੂੰ ਪਤਾ ਲੱਗ ਗਿਆ ਉਹਦਾ। ਬਿਲਕੁਲ। ਜਾਂ ਜਿਹਦਾ ਵਿਚਾਰੇ ਦਾ ਨਹੀਂ ਹੈਗਾ ਉਹਨੂੰ ਪੁੱਛੋ। ਬਿਲਕੁਲ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ।
ਆ ਤੁਹਾਨੂੰ ਤੇ ਮੈਂ ਦੱਸਿਆ ਅੰਗੂਠੇ ਦਾ ਧਿਆਨ ਦਿਓ ਤੇ ਥੋੜਾ ਤੁਹਾਡਾ ਦਿਮਾਗ 'ਚ ਆ ਗਿਆ ਕਿ ਇਹ ਤਾਂ ਬੜੀ ਕੀਮਤੀ ਚੀਜ਼ ਹੈ। ਇਸ ਤੋਂ ਬਿਨਾਂ ਤੇ ਚੱਲਣਾ ਹੀ ਕੁਛ ਨਹੀਂ। ਬਿਲਕੁਲ ਨਾ ਤੁਸੀਂ ਲਿਖ ਸਕਦੇ, ਨਾ ਤੁਸੀਂ ਫੜ ਸਕਦੇ, ਨਾ ਤੁਸੀਂ ਕੁਝ ਕਰ ਸਕਦੇ। ਹੂੰ ਤੇ ਜਦੋਂ ਵੇਖੋਗੇ ਤੇ ਹੱਥ 'ਚ ਵਿਚਾਰਾ ਹੈ ਹੀ ਨਹੀਂ, ਗੁਪਤ ਰੂਪ 'ਚ ਕੰਮ ਕਰਦਾ ਉਹ। ਬਸ ਬਸ ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਪਰਮਾਤਮਾ ਹੈ, ਉਹ ਗੁਪਤ 'ਚ ਬੈਠਾ ਹੈ। ਇਹ ਕੀੜੀ 'ਚ ਵੀ ਬੈਠਾ ਹੈ, ਹਾਥੀ 'ਚ ਵੀ ਬੈਠਾ ਹੈ, ਧਰਤੀ 'ਚ ਬੈਠਾ ਹੈ, ਔਰ ਖਾਸ ਕਰਕੇ ਸਾਡੀ ਕਥਾ ਸੁਣਦਾ ਹੈ। ਇਹ ਵੀ ਇੱਕ ਸੱਚ ਜੇ, ਕੋਈ ਆਮ ਬੰਦੇ ਸੁਣੇ ਨਾ ਸੁਣੇ, ਪਰਮਾਤਮਾ ਸਾਡੀ ਕਥਾ ਜ਼ਰੂਰ ਸੁਣਨ ਆਉਂਦਾ, ਬਹੁਤ ਧਿਆਨ ਨਾਲ ਸੁਣਦਾ। ਕਿਸੇ ਵੀ ਤਰੀਕੇ ਨਾਲ ਮੈਂ ਵੇਖਿਆ, ਭਾਵੇਂ ਜੋ ਮਰਜ਼ੀ ਹੋ ਜੇ, ਉਹ ਹਾਜ਼ਰੀ ਜ਼ਰੂਰ ਸਾਡੀ ਕਬੂਲ ਕਰਦਾ ਹੈ। ਕਿਉਂਕਿ ਇਹ ਕਥਾ ਜਿਹੜੀ ਹੈ ਬ੍ਰਹਮ ਦੀ ਕਥਾ ਹੋ ਰਹੀ ਹੈ, ਕੋਈ ਆਮ ਕਥਾ ਨਹੀਂ ਹੈ, ਪਰਮਾਤਮਾ ਦੀ ਕਥਾ ਹੋ ਰਹੀ ਹੈ। ਜੇ ਪਰਮਾਤਮਾ ਨੂੰ ਸੁਣੂ ਤੇ ਕੌਣ ਸੁਣੂਗਾ? ਬਸ ਬਿਲਕੁਲ ਸਹੀ ਗੱਲ ਹੈ। ਇਹ ਬੜੀ ਤੇਰੀ ਕਥਾ ਹੋ ਰਹੀ ਹੈ, ਜਦ ਤੱਕ ਕਿੰਨੇ ਕੁ ਸਮੇਂ ਬਾਅਦ ਹੋ ਰਹੀ ਹੈ ਇਹ ਵੀ ਸੱਚ, ਇਹ ਵੀ ਨਹੀਂ ਪਤਾ, ਕਿਉਂਕਿ ਇਹ ਬੰਦੇ ਹੀ ਨਹੀਂ ਮਿਲਦੇ। ਬਾਣੀ ਕਹਿੰਦੀ ਕਿੱਥੇ ਕਿੱਥੇ, ਤੁਸੀਂ ਦੱਸੋ ਤੁਸੀਂ ਕਿੱਥੇ ਕਿਤੇ ਸੋਚਿਆ ਸੀ ਪਰਮਾਤਮਾ ਦੇ ਮਾਰਗ ਤੇ ਚੱਲਣਾ ਸੀ? ਉਦਾਂ ਹੀ ਕਰਮ ਕਾਂਡਾਂ 'ਚ ਉਲਝੇ ਪਏ ਸੀ। ਅੱਜ ਦੇਖੋ ਤੁਹਾਡਾ ਜੀਵਨ ਕਿੱਧਰ ਘੁੰਮ ਰਿਹਾ। ਅੱਜ ਇੱਕ ਮਾਤਾ ਦਾ ਫੋਨ ਆਇਆ ਬਟਾਲੇ ਤੋਂ, ਤੇ ਉਹ ਕਹਿੰਦੇ ਧਰਮ ਕੀ ਹੈ, ਜੀਵਨ ਕੀ ਹੈ, ਪਤਾ ਤੇ ਹੁਣ ਲੱਗਾ। ਪਹਿਲਾਂ ਪਤਾ ਨਹੀਂ ਕੀ ਹੈ, ਅਸੀਂ ਐਵੇਂ ਤੁਰੇ ਫਿਰਦੇ ਸਾਂ, ਲੋਕਾਂ ਦੀ ਭੀੜ 'ਚ ਗਵਾਚੇ ਪਏ ਹਾਂ। ਹੁਣ ਤੇ ਆਪਣੇ ਆਪ 'ਚ ਇੱਕ ਸਹਿਜ ਤੱਤ ਆ ਗਿਆ, ਪਤਾ ਲੱਗ ਗਿਆ ਮੈਂ ਕਿਤੇ ਪਹੁੰਚ ਗਿਆ। ਜੇ ਮੈਂ ਨਹੀਂ ਵੀ ਪਹੁੰਚ ਰਿਹਾ ਤੇ ਮੈਨੂੰ ਪਤਾ ਲੱਗ ਰਿਹਾ ਕਿ ਮੇਰੇ ਅੰਦਰ ਕੋਈ ਯਾਤਰਾ ਚੱਲ ਰਹੀ ਹੈ। ਬਿਲਕੁਲ ਸਹੀ ਹੋ ਚੁੱਕੀਆਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਹਾਂ, ਅੰਦਰ ਦੀ ਯਾਤਰਾ ਤੁਹਾਡੇ ਮਨ ਨੇ ਕਰਨੀ ਆ। ਮਨ ਜਦੋਂ ਬਾਹਰ ਮੁਖੀ ਹੁੰਦਾ ਹੈ ਤੇ ਸੰਸਾਰ ਆਉਂਦਾ ਹੈ। ਮਨ ਜਦੋਂ ਅੰਦਰ ਮੁਖੀ ਹੋ ਜਾਂਦਾ ਹੈ ਨਾ, ਤੇ ਮਨ ਪਿੱਛੇ ਰਹਿ ਜਾਂਦਾ ਹੈ। ਚਿੱਤ 'ਚ ਮਨ ਜਿਹੜਾ ਨਾ ਬਹੁਤ ਪਿੱਛੇ ਰਹਿ ਜਾਂਦਾ। ਉਸ ਤੋਂ ਅੱਗੇ ਫਿਰ ਯਾਤਰਾ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਜੀਵਨ 'ਚ ਪਰਮਾਤਮਾ ਆਇਆ ਜਾਂ ਨਹੀਂ ਆਇਆ, ਇਹਦੀ ਇੱਕ ਛੋਟੀ ਜਿਹੀ ਪਛਾਣ ਆ, ਤੁਹਾਡਾ ਚਿੱਤ ਜਿਹੜਾ ਉਹ ਨਿਰਮਲ ਹੋਣ ਲੱਗ ਜਾਵੇਗਾ। ਤੁਹਾਡੇ ਜੀਵਨ 'ਚ ਜਿਹੜੇ ਤੁਹਾਡੇ ਕਾਰ ਵਿਵਹਾਰ ਤੁਸੀਂ ਕਰ ਰਹੇ ਹੋ ਨਾ, ਉਹਦੇ ਵਿੱਚ ਪਰਿਵਰਤਨ ਹੋਣਾ ਬਹੁਤ ਜ਼ਰੂਰੀ ਆ। ਜੇਕਰ ਨਹੀਂ ਆ ਰਹੇ ਨਾ, ਇਹਦਾ ਮਤਲਬ ਕਿ ਤੁਸੀਂ ਕਿਸੇ ਗਲਤ ਜਗ੍ਹਾ 'ਚ ਬੈਠੇ। ਗਲਤ ਸਾਬਣ ਵਰਤ ਰਹੇ ਹੋ ਤੁਸੀਂ। ਹਾਂ, ਮੈਂ ਲੈਣੀ ਆ, ਕਿਉਂਕਿ ਪਰਮਾਤਮਾ ਦੀ ਸੰਗਤ ਕਰਨੀ। ਆਪ ਜਦੋਂ ਵੀ ਨਿਰਵਿਚਾਰ ਹੋ ਕੇ ਪਰਮਾਤਮਾ ਦੇ ਚਰਨਾਂ 'ਚ ਜਾਵੋਗੇ, ਤੁਹਾਡੇ ਜੀਵਨ ਦੇ ਵਿੱਚ ਕੀ ਹੋਣਾ ਹੈ ਕਿ ਬਦਲਾਵ ਆਵੇਗਾ, ਬੁਰਾਈ ਦੂਰ ਹੋਵੇਗੀ, ਬੁਰਾਈ ਖਤਮ ਹੋਏਗੀ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ। ਇੱਕ ਇੰਨੀ ਸ਼ੁੱਧਤਾ ਆਣੀ ਆ, ਤੁਸੀਂ ਖੁਦ ਹੈਰਾਨ ਹੋ ਜਾਣਾ ਹੈ ਕਿ ਮੈਂ ਜਿਹੜਾ ਬੰਦਾ ਸਾਂ, ਪਤਾ ਨਹੀਂ ਕਿੱਦਾਂ ਦਾ ਸਾਂ, ਆਹ ਕਿਹੜਾ ਬੰਦਾ ਅੰਦਰ ਪੈਦਾ ਹੋ ਗਿਆ। ਇਹਦੇ 'ਚ ਤਾਂ ਬੁਰਾਈ ਟਿਕਦੀ ਨਹੀਂ, ਇਹ ਤੇ ਵਹਿੰਦਾ ਹੀ ਨਹੀਂ। ਮਾਲ ਇਹਨੂੰ ਇਹ ਨਹੀਂ ਪਤਾ ਕਿ ਲਾਗੇ ਕਿਸੇ ਦੀ ਕਾਰ ਲੰਘੀ ਆ, ਇਹਨੂੰ ਇਹ ਨਹੀਂ ਪਤਾ ਕਿ ਇਹਦਾ ਮਹਿਲ ਪਿਆ। ਇਹ ਵੀ ਛੱਡੋ, ਇਹਦੇ ਸਾਹਮਣੇ ਚੋਰ ਆ ਗਿਆ, ਸੰਤ ਆ ਗਿਆ, ਤੇ ਇਹਦੀ ਦ੍ਰਿਸ਼ਟੀ 'ਚ ਸਮ ਹੋ ਗਿਆ। ਇਹ ਨਹੀਂ ਸੋਚਦਾ ਕਿ ਚੋਰ ਆ। ਇਹ ਬੰਦਾ ਇਹ ਸੋਚਦਾ ਕਿ ਮਾਰਗ ਤੋਂ ਭਟਕਿਆ ਪਿਆ ਵਿਚਾਰਾ, ਤਰਸ ਆਉਂਦਾ ਔਰ ਤੇ। ਕੋਈ ਬੰਦਾ ਦੇਖੋ, ਆਪ ਜਸਟ ਸੋਚੋ, ਕੋਈ ਬੰਦਾ ਫਰੂਟ ਛੱਡ ਕੇ, ਚੰਗੀਆਂ ਚੀਜ਼ਾਂ ਛੱਡ ਕੇ ਉਹ ਗੰਦ ਖਾਵੇਗਾ ਤੇ ਕੀ ਉਹ ਤੁਹਾਨੂੰ ਚੰਗਾ ਲੱਗੇਗਾ ਕਿ ਬਹੁਤ ਵਧੀਆ ਕੰਮ ਕਰ ਰਿਹਾ? ਨਹੀਂ ਚੰਗਾ ਲੱਗੇ। ਉਸੇ ਤਰ੍ਹਾਂ ਸੰਤ ਜਿਹੜੇ ਹੁੰਦੇ ਨੇ, ਉਹ ਵੇਂਦੇ ਨੇ ਯਾਰ ਇਹ ਤੇ ਵਿਚਾਰਾ ਬਿਖ ਖਾਂਦੇ ਆ, ਇਹਨੂੰ ਪਤਾ ਨਹੀਂ ਲੱਗਣ ਦਿਆ, ਇਹਦੀ ਹੋਸ਼, ਇਹਦੀ ਬੁੱਧੀ ਤੇ ਮੱਤ ਪਰਦਾ ਪੈ ਗਿਆ। ਹਾਂ, ਕਈ ਜਿਹੜੇ ਮੰਦ ਬੁੱਧੀ ਹੁੰਦੇ ਆ, ਦੇਖ ਲਓ ਗੁਰਕੀ ਸਾਹਿਬ, ਕੁਛ ਵੀ ਖਾ ਲੈਂਦੇ ਆ ਵਿਚਾਰੇ, ਫਿਰ ਉਹਨਾਂ ਦੀ ਬੁੱਧੀ ਨਹੀਂ ਆ ਨਾ। ਹਾਂ, ਤੇ ਇਸੇ ਤਰ੍ਹਾਂ ਵੀ ਜਿਹੜਾ ਕਰਮ ਰੂਪੀ ਫਲ ਖਾ ਰਿਹਾ, ਗਲਤ ਕੰਮ ਕਰ ਰਿਹਾ ਨਾ, ਉਹ ਵੀ ਮੱਤ ਬੁੱਧੀ ਜੇ। ਜਿਰ ਕੋ ਵਿਵੇਕ ਹੈਗਾ ਉਹ ਕੰਮ ਕਰੂਗਾ ਨਹੀਂ। ਇਸ ਕਰਕੇ ਬਾਣੀ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਤਰਸੀ ਖਾਧਾ ਬ੍ਰਹਮ ਗਿਆਨੀਆਂ ਨੇ ਦੂਸਰਿਆਂ ਤੇ, ਉਹਨਾਂ ਤੇ ਜਿਹੜੇ ਵਿਚਾਰੇ ਇੱਧਰ ਉੱਧਰ ਭਟਕ ਰਹੇ ਨੇ ਔਰ ਆਪਣੇ ਜੀਵਨ ਦਾ ਜਿਹੜਾ ਮਕਸਦ ਭੁੱਲ ਗਏ। ਇਹ ਗੱਲਾਂ ਬੜੀਆਂ ਜ਼ਰੂਰੀ ਨੇ। ਤੇ ਇੱਥੇ ਆਪਾਂ ਨੂੰ ਬਾਣੀ ਇਹ ਸਮਝਾ ਰਹੀ ਹੈ ਕਿ ਮਾਇਆ ਨਾ ਹੁੰਦੀ, ਐੜੀ ਦੇਖੋ, ਮਾਈ ਨਾ ਹੁੰਦੀ, ਬਾਪ ਨਾ ਹੁੰਦਾ, ਕਰਮ ਨਾ ਹੁੰਦਾ, ਤੇ ਕਾਇਆ ਨਾ ਹੁੰਦੀ, ਫਿਰ ਕੌਣ ਹੁੰਦਾ? ਪਰਮਾਤਮਾ ਹੁੰਦਾ। ਬਿਲਕੁਲ। ਆਖਰ ਚ ਪਰਮਾਤਮਾ ਨੇ ਇਹ ਸ੍ਰਿਸ਼ਟੀ ਨੂੰ ਆਪਣੇ ਚ ਸਮੇਟ ਲੈਣਾ। ਆਪ ਜਸਟ ਦੇਖਿਆ ਕਿ ਉਹ ਕਹਿੰਦੇ ਬਲੈਕ ਹੋਲ ਹੈਗਾ, ਇੰਨਾ ਪਾਵਰਫੁਲ ਆ, ਉਹਦੇ ਚ ਜਦੋਂ ਪ੍ਰਕਾਸ਼ ਜਾਂਦਾ ਤਾਂ ਪ੍ਰਕਾਸ਼ ਨੂੰ ਵੀ ਖਿੱਚ ਲੈਂਦਾ। ਬਿਲਕੁਲ। ਆਪ ਜਸਟ ਸੋਚੋ, ਤੁਹਾਡੀ ਲਾਈਟ ਹੈ, ਲਾਈਟ ਨੂੰ ਖਿੱਚ ਲੇਗਾ ਉਹ ਪਰਮਾਤਮਾ ਨੇ ਏਦਾਂ ਦਾ ਅਸੂਲ ਬਣਾਇਆ। ਔਰ ਟੈਕਨੀਸ਼ੀਅਨ ਕੌਣ ਇਹਦੇ ਮਗਰ? ਪਰਮਾਤਮਾ। ਡਿਜ਼ਾਈਨਰ ਕੌਣ ਹੈ? ਪਰਮਾਤਮਾ।
ਕਹਿੰਦੇ ਹਰ ਬਿਨ ਦੇਖੋ ਨਾ ਕੋਈ, ਤੂੰ ਹਰ ਤੋਂ ਬਿਨਾ ਨਾ ਦੇਖੀ ਕੁਛ। ਜੇ ਤੈਨੂੰ ਚਰਨਜੀਤ ਜਾਂ ਨਿੱਜਾ ਸਾਹਿਬ ਨਜ਼ਰ ਆਉਂਦੇ ਆ, ਇਹਨਾਂ ਦੇ ਔਗਣ ਨਜ਼ਰ ਆਉਂਦੇ ਆ, ਤੇ ਸਮਝ ਲੈ ਕਿ ਤੇਰੀ ਨਜ਼ਰ ਦੇ ਵਿੱਚ ਕੁਛ ਗੜਬੜ ਹੈ, ਕਿਉਂਕਿ ਸਾਰਾ ਬ੍ਰਹਮ ਹੈ। ਪਰ ਉਹ ਬਹੁਤ ਸਿਸਟਮੈਟਿਕਲੀ ਬਣਾਇਆ। ਪਰ ਇੱਥੇ ਬ੍ਰਹਮ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਨਾਲ ਕੋਈ ਧੱਕਾ ਕਰਦਾ ਤੁਸੀਂ ਚੁੱਪ ਹੋ ਜਾਓ। ਬ੍ਰਹਮ ਕਹਿੰਦਾ ਹੈ ਕਿ ਤੈਨੂੰ ਆਪਣੇ ਹੱਕਾਂ ਦੇ ਲਈ ਲੜਨਾ ਪਊਗਾ, ਕਿਉਂਕਿ ਉਹਦਾ ਗੇਮ ਨਹੀਂ ਬਣੂਗੀ ਨਾ। ਹੁਣ ਇਹ ਤੁਸੀਂ ਕਹੋ ਕਿ ਪਾਕਿਸਤਾਨ ਦੇ ਵਿੱਚ ਵੀ ਬ੍ਰਹਮ ਹੈ ਤੇ ਇੱਥੇ ਵੀ ਬ੍ਰਹਮ ਆ, ਉਹ ਸਾਡੇ ਤੇ ਬੰਬ ਸੁੱਟੇ ਤੇ ਤੁਸੀਂ ਚੁੱਪ ਕਰਕੇ ਬੈਠੇ ਰਹੋ। ਨਹੀਂ, ਏਦਾਂ ਨਹੀਂ ਆ। ਹਰਗੋਬਿੰਦ ਸਾਹਿਬ ਜੀ ਨੇ ਇਸੇ ਲਈ ਸਾਨੂੰ ਸਮਝਾਇਆ ਸੀ ਕਿ ਮੀਰੀ ਪੀਰੀ ਦੀ ਤਲਵਾਰ ਚੁੱਕ ਕੇ ਉਹਨਾਂ ਕਿਹਾ ਕਿ ਤੇਰਾ ਕੰਮ ਹੈ, ਤੂੰ ਰਾਜਨੀਤੀ ਵੀ ਕਰਨੀ ਹੈ ਤੇ ਧਰਮ ਵੀ ਚਲਾਉਣਾ। ਨਹੀਂ ਤੇ ਗਲਤ ਬੰਦੇ ਉੱਤੇ ਪਾਵਰ ਤੇ ਆ ਜਾਣਗੇ। ਤੁਸੀਂ ਗਲਤ ਬੰਦੇ ਨੂੰ ਵੋਟਾਂ ਪਾਓਗੇ, ਨਹੀਂ ਪਾਉਂਦੇ, ਤੁਸੀਂ ਸਹੀ ਨੂੰ ਨਹੀਂ ਪਾਉਂਦੇ, ਤੁਸੀਂ ਗਲਤ ਬੰਦੇ ਨੂੰ ਵੋਟਾਂ ਪਾਉਂਦੇ, ਉੱਤਰ ਕੌਣ ਆਉਣਗੇ? ਮਾੜੇ ਬੰਦੇ ਆਉਣਗੇ। ਹੁਣ 30-35% ਆਪਣੇ ਦੇਸ਼ 'ਚ ਵੋਟਾਂ ਪਾਉਣ ਹੀ ਨਹੀਂ ਜਾਂਦੇ। ਔਰ ਉਹ ਰੌਲਾ ਪਾਉਣ ਵਾਲੇ ਕਿਹੜੇ? ਉਹ 30% ਵੋਟ ਪਾਉਣ ਤੇ ਗਏ ਨਹੀਂ। ਉਦੋਂ ਕਹਿੰਦੇ ਮੇਰੀ ਚਾਚੀ ਦਾ ਵਿਆਹ ਜੀ, ਮੇਰੀ ਭੂਆ ਦਾ ਵਿਆਹ, ਫਲਾਣੇ ਦਾ ਹੀ ਉੱਥੇ ਜਾਣਾ, ਅਤੇ ਸਾਡੀ ਪਾਰਟੀ ਹੈ ਜੀ, ਸਾਡਾ ਟੂਰ ਬੁੱਕ ਆ। ਪਰ ਇਹ ਨਹੀਂ ਸੋਚਦੇ ਕਿ 5 ਸਾਲ ਇੱਕ ਗਧੇ ਬੰਦੇ ਨੂੰ ਤੁਸੀਂ ਉੱਤੇ ਆਉਣਾ ਤੇ ਤੁਸੀਂ ਉਹਨੂੰ ਰੋਕਣਾ ਹੈ। ਤੁਸੀਂ ਦੇਖੋ, ਧਰਮ ਕਹਿੰਦਾ ਹੈ ਕਿ ਪਹਿਲੀ ਗੱਲ ਕੋਈ ਜ਼ੁਲਮ ਹੁੰਦਾ ਨਾ, ਤੂੰ ਉਹਨੂੰ ਰੋਕ। ਨਹੀਂ ਰੋਕ ਸਕਦਾ, ਤੇਰੇ ਇੰਨੀ ਲੱਤਾਂ 'ਚ ਦਮ ਨਹੀਂ ਹੈਗਾ ਤੇ ਰੌਲਾ ਪਾ। ਲੋਕਾਂ ਨੂੰ ਦੱਸ ਕਿ ਬੰਦਾ ਗਲਤ ਆ। ਤੇ ਕਹਿੰਦਾ ਜੇ ਨਹੀਂ ਕਰ ਸਕਦਾ ਨਾ ਇੰਨੇ ਜੋਗਾ, ਤੇ ਫਿਰ ਜਿਹੜਾ ਲੜਦਾ ਪਿਆ ਨਾ ਉਹਦੀ ਮਦਦ ਕਰ। ਧਰਮ ਬਹੁਤ ਖਤਰਨਾਕ ਜੇ। ਧਰਮ ਤੇ ਕਿਤੇ ਨਹੀਂ ਕਹਿੰਦਾ ਅੱਖਾਂ ਬੰਦ ਕਰ ਲਾ, ਕਿਉਂਕਿ ਤੁਹਾਡੇ ਸਾਹਮਣੇ ਤੇ ਹੋ ਰਿਹਾ। ਤੁਸੀਂ ਉਹਨੂੰ ਨਹੀਂ, ਤੁਸੀਂ ਨਹੀਂ ਰੋਕਦੇ, ਤੁਸੀਂ ਕੌਣ ਜੋ? ਤੁਸੀਂ ਪਾਪੀ ਜੋ। ਬਿਲਕੁਲ। ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਕਹਿੰਦੇ ਸੀ ਉਹਨਾਂ ਦੇ ਲਾਲਾ ਨੂੰ, ਛੱਡੋ ਖੜਾ, ਕਿਹੜੇ ਚੱਪਰਾਂ 'ਚ ਪੈ ਜਾਓ, ਆਓ ਸਾਡੀਆਂ ਕੁੜੀਆਂ ਦੇ ਨਾਲ ਵਿਆਹ ਕਰਾਓ, ਇੱਥੇ ਰਾਜ ਭਾਗ ਸਾਂਭੋ। ਪਰ ਬੱਚੇ ਕਹਿੰਦੇ ਨਹੀਂ, ਇਹ ਨਹੀਂ ਕੰਮ ਸਹੀ ਹੈ। ਅਸੀਂ ਐਡੇ ਸਿਆਣੇ ਹੈਗੇ, ਸਾਨੂੰ ਕੋਈ ਕਵੇ ਅਸੀਂ ਕਵਾਂਗੇ ਹਾਂਜੀ ਕੋਈ ਨਹੀਂ, ਤਿਆਰ ਹੈ ਜੀ, ਅਸੀਂ ਕਿਹੜਾ ਜੱਬ ਭਾਵੇਂ ਆਰਮੀ ਨਾਲ ਕਿਹੜਾ ਲੜੇ। ਪਰ ਉਹਨਾਂ ਨੇ ਕਿਹਾ ਸੀ ਨਹੀਂ, ਤੇਰੀ ਹੀਨ ਜਿਹੜੀ ਈਨ ਹੈ ਨਹੀਂ ਮੰਨਣੀ ਅਸੀਂ, ਕਿਉਂਕਿ ਅਸੀਂ ਆਪਣੇ ਜ਼ਮੀਰ ਨੂੰ ਵੇਚ ਨਹੀਂ ਸਕਦੇ। ਸਾਡਾ ਜਿਹੜਾ ਹੀਰਾ ਬਹੁਤ ਕੀਮਤੀ ਹੈ, ਔਰ ਕੱਲ ਨੂੰ ਤੇਰੇ ਰਾਜ ਭਾਗ ਤੇ ਲੈ ਲੇ, ਫਿਰ ਪ੍ਰਮਾਤਮਾ ਦੀਆਂ ਅੱਖਾਂ 'ਚ ਅੱਖਾਂ ਨਹੀਂ ਪੈਣੀਆਂ। ਤੁਹਾਨੂੰ ਸ਼ਰਮ ਆਊਗੀ, ਕਿਉਂਕਿ ਇਹ ਚਰਨਜੀਤ ਥੋੜੀ ਇੱਥੇ ਝੂਠ ਬੋਲ ਦੋਗੇ, ਜੋ ਮਰਜ਼ੀ ਬੋਲ ਦੋਗੇ ਤੇ ਚੱਲ ਜੂਗਾ। ਪ੍ਰਮਾਤਮਾ ਦੇ ਸਾਹਮਣੇ ਝੂਠ ਬੋਲਣਾ ਬਹੁਤ ਔਖਾ। ਪਰ ਉਸ ਦਿਨ ਜਿੱਦਣ ਤੁਹਾਡੀ ਜੱਜਮੈਂਟ ਹੋਣੀ ਹੈ ਨਾ, ਇਹ ਪੱਕਾ ਹੋਣੀ ਜੇ, ਇਹ ਵੀ ਮਨ 'ਚੋਂ ਵਰਕਾ ਪਾੜ ਦਿਓ ਕਿ ਨਹੀਂ ਹੋਣੀ। ਜੱਜਮੈਂਟ ਵਾਲੇ ਦਿਨ ਤੁਹਾਨੂੰ ਉਸ ਦਰਬਾਰ 'ਚ ਜਾਣਾ ਪਵੇ, ਕਿ ਤੁਸੀਂ ਵਾਅਦਾ ਕਰਕੇ ਆਏ ਜੋ ਮੇਰਾ ਜੀਵਨ ਹੈ ਨਾ, ਉਹ ਮੈਂ ਸਹੀ ਮਾਰਗ ਤੇ ਲਾਵਾਂਗਾ, ਔਰ ਮੈਂ ਇੱਕ ਸਾਫ਼ ਸੁਥਰਾ ਜੀਵਨ ਬਤੀਤ ਕਰਾਂਗਾ। ਪਰ ਉਹ ਕਚਹਿਰੀ ਦੇ ਵਿੱਚ ਤੁਹਾਡੇ ਖਿਲਾਫ ਜੇ ਸਾਰੇ ਸਬੂਤ ਹੋਏ ਨਾ, ਬਹੁਤ ਮਾੜੀ ਚੀਜ਼। ਔਰ ਇਹ ਸਬੂਤਾਂ ਨੂੰ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮਰਨ ਤੋਂ ਪਹਿਲਾਂ ਤਿਆਰੀ ਬਹੁਤ ਜ਼ਰੂਰੀ ਹੈ। ਇਹ ਪਲੀਜ਼ ਇਹ ਬੱਚਿਆਂ ਦਾ ਕੰਮ ਨਾ ਸਮਝੋ, ਮਰ ਗਿਆ ਤੇ ਕੌਣ ਵਹਿੰਦਾ, ਅੱਜ ਦਾ ਦਿਨ ਮਿੱਠਾ ਤੇ ਕੱਲ ਦਾ ਕਿੰਨੇ ਡਿੱਠਾ। ਏਦਾਂ ਕੁਛ ਵੀ ਨਹੀਂ ਹੈਗਾ। ਤੁਸੀਂ ਆਪਣੀ ਮਰਜ਼ੀ ਨਾਲ ਧਰਤੀ ਤੇ ਆਏ ਜੋ, ਤੁਸੀਂ ਆਪਣੀ ਮਰਜ਼ੀ ਨਾਲ ਜਾਓਗੇ। ਇਹ ਤੁਹਾਡੇ ਹੱਥ ਉੱਤੇ ਕਿੰਨੇ ਬਣਾਏ ਨੇ? ਇਹ ਕੌਣ ਹੈ? ਤੁਸੀਂ ਬਣਾਏ ਆ ਜਾਂ ਮੈਂ ਬਣਾਏ ਆ? ਜਿਹੜਾ ਬਣਾਉਣ ਵਾਲਾ ਉਹ ਬੈਠਾ ਚੱਪ ਸ਼ਾਂਤੀ ਦੇ ਨਾਲ, ਉਹਦਾ ਤਮਾਸ਼ਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨੀ, ਮੈਂ ਪਰਮ ਪੁਰਸ਼ ਕਾ ਦਾਸਾ, ਦੇਖਣ ਆਇਆ ਜਗਤ ਤਮਾਸ਼ਾ, ਦੇਖਣ ਆਇਆ ਹਾਂ, ਉਹਦਾ ਤਮਾਸ਼ਾ ਵੇਖਣਾ ਹੈ। ਬੈਠਾ ਹੋਇਆ। ਹੁਣ ਤੁਸੀਂ ਕਹੋਗੇ ਕਿ ਇੰਨੇ ਬੰਦਿਆਂ ਦਾ ਕਿੱਦਾਂ ਹਿਸਾਬ ਕਿਤਾਬ ਕਰੂਗਾ? ਉਹ ਬਹੁਤ ਚਲਾਕ ਹੈ, ਬਹੁਤ ਪਾਵਰਫੁਲ, ਇੰਨਾ ਪਾਵਰਫੁਲ ਹੈ ਨਾ, ਅਸੀਂ ਸੋਚ ਵੀ ਨਹੀਂ ਸਕਦੇ, ਅਸੀਂ ਬੋਲ ਨਹੀਂ ਸਕਦੇ, ਇਹ ਵੀ ਨਹੀਂ ਕਹਿ ਸਕਦੇ। ਉਹ ਕਹਿੰਦੇ ਅਸੰਖ ਵੀ ਨਾ ਕਹਿ, ਨਿਜਰ ਸਾਹਿਬ, ਅਸੰਖ ਵੀ ਨਾ ਕਹਿ, ਕਿਉਂਕਿ ਤੈਨੂੰ ਪਤਾ ਨਹੀਂ ਤੂੰ ਕੀ ਕਹਿ ਰਿਹਾ। ਤੋ ਇੱਥੇ ਆਪਾਂ ਵਿਚਾਰ ਕਰਨੀ ਆ ਕਿ ਜਦੋਂ ਕੁਛ ਵੀ ਨਹੀਂ ਸੀ ਤੇ ਬ੍ਰਹਮ ਸੀ। ਹਾਂਜੀ ਨਿਜਰ ਸਾਹਿਬ, ਅਗਲੀ ਤੁਕ ਬੋਲੋ। ਕਹਿੰਦੇ ਰਾਮ ਕੋਏ ਨਾ ਕਿਸੀ ਕੇਰਾ, ਜੈਸੇ ਤਰਵਰੇ ਪੰਖ ਬਸੇਰਾ। ਕੋਈ ਕਿਸੇ ਦਾ ਨਹੀਂ ਆ ਭਾਈ, ਸਾਰੇ ਜਿਹੜੇ ਹੈਗੇ ਪਰਮਾਤਮਾ ਰੂਪੀ ਤਰਵਰ ਹੈਗਾ, ਉਹਨੇ ਧਰਤੀ ਤੇ ਭੇਜਿਆ ਹੈ ਆਪਾਂ ਨੂੰ, ਔਰ ਇੱਥੇ ਆਪਾਂ ਨੇ ਥੋੜ੍ਹੇ ਟਾਈਮ ਵਾਸਤੇ ਬਸੇਰਾ, ਇਸ ਡੰਡੇ ਤੇ ਮਨੁੱਖੀ ਜੂਨ ਮਿਲੀ ਹੋਈ ਹੈ, ਇਸ ਤੇ ਥੋੜ੍ਹੇ ਦਿਨ ਰਹਿ ਸਕਦੇ ਹਾਂ, ਇਸ ਤੇ ਆਪਾਂ ਪਰਮਾਨੈਂਟ ਨਹੀਂ ਰਹਿ ਸਕਦੇ। ਇੱਥੋਂ ਆਪਾਂ 2 ਰਸਤੇ ਹੈਗੇ, ਉੱਪਰ ਜਾ ਸਕਦੇ ਹਾਂ ਮਾਲਕ ਵੱਲ, ਜਾਂ ਥੱਲੇ ਜੂਨਾਂ 'ਚ ਉਹ ਤਾਂ ਆਟੋਮੈਟਿਕਲੀ ਚਲੇ ਜਾਣਾ ਹੈ। ਰਹਾਓ ਚੰਦ ਨਾ ਹੋਤਾ, ਸੂਰ ਨਾ ਹੋਤਾ, ਪਾਣੀ ਪਵਨ ਮਿਲਾਇਆ,
ਦੇਖ ਲਓ ਭਾਈ, ਜਦ ਚੰਦਰਮਾ ਵੀ ਨਹੀਂ, ਸੂਰਜ ਵੀ ਨਹੀਂ ਸੀਗਾ, ਪਾਣੀ ਨਹੀਂ ਸੀ, ਹਵਾ ਨਹੀਂ ਸੀ, ਅੱਗ ਨਹੀਂ ਸੀਗੀ, ਐਨਰਜੀ ਕੁਛ ਵੀ ਨਹੀਂ ਸੀਗਾ। ਇਹ ਸਾਰਾ ਕੁਛ ਮਾਲਕ ਪਰਮਾਤਮਾ ਨੇ ਦਿੱਤਾ ਆ, ਮਿਲਾਇਆ ਮਾਲਕ ਪਰਮਾਤਮਾ ਨੇ। ਉਸ ਤੋਂ ਪਹਿਲਾਂ ਜਦ ਨਹੀਂ ਸੀਗਾ ਤੇ ਫਿਰ ਸ਼ਾਸਤ ਨਾ ਹੋਤਾ, ਵੇਦ ਨਾ ਹੋਤਾ, ਕਰਮ ਕਹਾਂ ਤੇ ਆਇਆ। ਕਹਿੰਦੇ ਕੋਈ ਸ਼ਾਸਤਰ ਨਹੀਂ ਸੀਗਾ, ਕੋਈ ਗਿਆਨ ਨਹੀਂ ਸੀਗਾ, ਵੇਦ ਨਹੀਂ ਸੀਗਾ, ਕੁਛ ਵੀ ਨਹੀਂ ਸੀਗਾ, ਫਿਰ ਕਰਮ ਕਿੱਥੋਂ ਆ ਗਿਆ ਭਾਈ? ਫਿਰ ਕਰਮ ਕਿੱਥੋਂ ਆ ਗਿਆ? ਜਦ ਕੋਈ ਇਨਸਾਨ ਹੀ ਨਹੀਂ ਸੀਗਾ ਤੇ ਕਰਮ ਕਰਨ ਵਾਲਾ ਕਿੱਥੇ ਸੀਗਾ? ਜਦ ਇਹ ਚੰਦ ਸੂਰਜ ਜਿਹੜੇ ਹੈਗੇ ਤੱਤ ਹੀ ਨਹੀਂ ਸੀਗੇ ਔਰ ਪੰਜਾਂ ਤੱਤਾਂ ਦੀ ਰਚਨਾ ਹੀ ਨਹੀਂ ਸੀਗੀ, ਫਿਰ ਕਿੱਥੋਂ ਕਰਮ ਆ ਗਿਆ ਭਾਈ? ਇਸ ਕਰਕੇ ਜਿਹੜੇ ਮਾਲਕ ਪਰਮਾਤਮਾ ਤੋਂ ਜਿਹੜਾ ਹੈਗਾ, ਉਹਨੇ ਉਸ ਮਾਲਕ ਪਰਮਾਤਮਾ ਤੋਂ ਸਾਰਾ ਕੁਛ ਆਇਆ ਭਾਈ। ਉਹਦੀ ਜਿਹੜੀ ਹੈਗੀ ਆ, ਉਹਦੀ ਉਸਤਤ ਕਰਨੀ ਜਿਹੜੀ ਹੈਗੀ ਆ, ਬਣਦੀ ਆ ਭਾਈ, ਬਣਦੀ ਆ। ਹਾਂਜੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਰਾਮ ਕੋਈ ਨਾ ਕਿਸੇ ਘੇਰਾ, ਕੋਈ ਕਿਸੇ ਦਾ ਨਹੀਂ ਹੈ, ਕੋਈ ਕਿਸੇ ਦਾ ਨਹੀਂ ਹੈ ਭਾਈ ਸਹਾਰਾ, ਕੋਈ ਕਿਸੇ ਦਾ। ਉੱਥੇ ਜਿਹੜਾ ਇੱਕ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਿਹੜਾ ਹੈਗਾ, ਕੋਈ ਮਾਂ ਪਿਓ ਭੈਣ ਭਰਾ ਘਰ ਵਾਲੀ ਜਿਹੜੀ ਹੈਗੀ ਆ, ਉਹਨੇ ਆਪਣੇ ਪਾਪਾਂ ਦੇ ਵਿੱਚ ਹਿੱਸਾ ਵੰਡਾ ਲੈਣਾ ਹੈ ਉਹਨੇ। ਉਹ ਤਾਂ ਉਹ ਜਿਹੜਾ ਹੈਗਾ ਉਹ ਵਾਲਮੀਕੀ ਨੂੰ ਪੁੱਛਿਆ ਸੀਗਾ, ਬੰਨ ਕੇ ਚਲੇ ਗਏ ਸਾਧੂ ਜਾ ਪਏ, ਕਹਿੰਦੇ ਪੁੱਛ ਕੇ ਆ ਪਹਿਲਾਂ ਜਿਹੜਾ ਆਪਣੀ ਘਰ ਵਾਲੀ ਨੂੰ, ਬੱਚਿਆਂ ਨੂੰ, ਜਿਨ੍ਹਾਂ ਦੇ ਖਾਤਰ ਤੂੰ ਸਾਰਿਆਂ ਨੂੰ ਮਾਰਦਾ ਆ, ਤੇ ਇਹਨਾਂ 'ਚੋਂ ਕੋਈ ਹੈ ਤੇਰੇ ਕਰਮਾਂ ਦਾ? ਤੇ ਉਹ ਅਗਲੇ ਕਹਿੰਦੇ ਨਾ ਬਈ, ਆਹ ਖੱਟੀ ਕਰਕੇ ਲਿਆਉਣਾ ਤੇਰਾ ਕੰਮ ਆ, ਇਹ ਜਿਹੜਾ ਹੈਗਾ ਇਹ ਪਾਪਾਂ ਦੇ ਵਿੱਚ ਜਿਹੜਾ ਹੈਗਾ ਤੇਰਾ, ਇਹਦਾ ਤੂੰ ਜ਼ਿੰਮੇਦਾਰ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਪਰ ਬਾਣੀ 'ਚ ਲਿਖਿਆ ਹੈ, ਪਰ ਆਪਣੇ 'ਚ ਕਿੰਨੇ ਕੁ ਹੈਗੇ ਜਿਹੜੇ ਗੱਲ ਨੂੰ ਮੰਨਦੇ? ਬਾਣੀ ਕਹਿੰਦੀ ਆਖਣਾ ਉੱਚਾ ਸੱਚਾ ਨਾ, ਔਖਾ ਹੈ ਕੰਮ। ਹੁਣ ਬਾਣੀ ਕਹਿੰਦੀ ਆ ਕਿ ਤੇਰਾ ਇੱਥੇ ਕੋਈ ਨਹੀਂ ਹੈਗਾ, ਨਾ ਮਾਤ ਪਿਤਾ ਸੁੱਤ ਬਿਨ ਪੁੱਤ ਬਿਨ, ਹਾਂ ਕੋਈ ਨਾ ਕਿਸੇ ਕੇ ਜਨਨ ਪਿਤਾ ਉਹ ਹੁੰਦਾ ਜਨਨ ਪਿਤਾ ਮਾਤ ਸੁੱਤ ਬੰਤਾ, ਕੋਈ ਨਾ ਕਿਸੇ ਕੇ, ਇਸ ਤਰ੍ਹਾਂ ਦਾ ਉਹਦੀ ਇੱਕ ਤੁਕ। ਤੇਰਾ ਮਾਂ ਪਿਓ ਨਹੀਂ, ਤੇਰੇ ਭੈਣ ਭਰਾ ਨਹੀਂ, ਕੋਈ ਨਹੀਂ ਹੈਗੇ, ਤੇਰੀ ਪਤਨੀ ਨਹੀਂ, ਤੇਰੇ ਬੱਚੇ ਨਹੀਂ, ਕਿਉਂਕਿ ਹਰ ਆਪਣੇ ਉਹ ਇੱਕ ਯਾਤਰਾ ਤੇ ਨਿਕਲੇ ਹੋਏ ਨੇ ਤੇਰੇ ਨਾਲ। ਇੱਕ ਜਿੱਦਾਂ ਪਲੇਟਫਾਰਮ ਤੇ ਜਾ ਕੇ ਵੇਖਿਆ ਤੁਸੀਂ ਕਿਤੇ, ਉੱਥੇ ਖਲੋ, ਉੱਥੇ ਇੱਕ ਨਾ ਵੇਟਿੰਗ ਹਾਲ ਹੁੰਦਾ, ਉੱਥੇ ਦੋਸਤੀ ਬਣ ਜਾਂਦੀ ਆਪਣੀ ਉਹਨਾਂ ਨਾਲ। ਇੰਝ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਪੱਕੇ ਰਿਸ਼ਤੇ ਨੇ ਸਾਡੇ। ਉਹ ਜਦੋਂ ਉੱਥੋਂ ਬੰਦਾ ਨਿਕਲ ਜਾਂਦਾ, ਸਭ ਭੁੱਲ ਜਾਂਦਾ ਹੈ, ਉਹਨੂੰ ਕੋਈ ਯਾਦ ਨਹੀਂ ਰਹਿੰਦਾ ਕਿ ਮੈਂ ਮਿਲਿਆ ਸੀ ਕਿਸੇ ਨੂੰ, ਕਿਉਂਕਿ ਬੜਾ ਛੋਟੀ ਜਿਹੀ ਮੈਮਰੀ ਸੀ। ਤੁਹਾਡੇ ਜੀਵਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਤੇ ਗੱਲਾਂ ਦੀ ਗੱਲ ਹੋਈ, ਤੇ ਵਿਹਲੇ ਵੀ ਵਿਹਲਾ ਬੈਠਾ ਹੈ, ਚਲੋ ਵਿਚਾਰ ਸਾਂਝੇ ਹੋ ਗਏ। ਇਹ ਸੰਸਾਰ ਵੀ ਜਿਹੜਾ ਹੈ, ਇੱਥੇ ਵੀ ਕੁਝ ਇਹੋ ਹੀ ਆ। ਪਰ ਇੱਥੇ ਪ੍ਰੋਬਲਮ ਇਹ ਆ ਨਾ, ਮੋਹ ਜਿਹੜਾ ਹੁੰਦਾ ਨਾ, ਮਾਇਆ ਦਾ ਮੋਹ ਬਹੁਤ ਪਾਵਰਫੁਲ ਹੈ। ਹੁਣ ਇੱਥੇ ਕਮਲ ਗਿਆ ਸੀ ਇੱਕ ਦਿਨ, ਅਨਾਥ ਆਸ਼ਰਮ ਹੈਗਾ ਨਜਰ ਸਾਹਿਬ ਲਾਗੇ ਹੀ। ਮੈਂ ਦੇਖਿਆ ਜੀ ਗੋਰਕੀ ਸਾਹਿਬ। ਨਹੀਂ ਨਾ ਅਨਾਥ ਨਹੀਂ, ਮੈਂ ਤਾਂ ਉਹ ਜਿਹੜਾ ਉਹਨਾਂ ਦਾ ਦੇਖਿਆ, ਭਗਤ ਪੂਰਨ ਜੀ ਦਾ ਦੇਖਿਆ ਹੋਇਆ ਹੈ, ਪਿੰਗਲਵਾੜਾ। ਉਹ ਅਲੱਗ ਚੀਜ਼ ਹੈ। ਇਹ ਨਜਰ ਸਾਹਿਬ ਇਹ ਪੇੜ ਹੈਗਾ ਵਾ, ਇਹਨੂੰ ਓਲਡ ਏਜ ਹਾਊਸ ਕਹਿੰਦੇ, ਓਲਡ ਏਜ ਹਾਊਸ। ਹਾਂਜੀ ਹਾਂਜੀ ਹਾਂਜੀ। ਉੱਥੇ ਬਸ ਚੰਗੇ ਭਲੇ ਲੋਕ ਨੇ, ਬਸ ਲੋਕਾਂ ਨੇ ਇਹਨਾਂ ਨੂੰ ਅਬੈਂਡਨ ਹੀ ਕਰਤਾ, ਛੱਡਤਾ ਨਾ, ਬੈਠੇ। ਸੋਚਿਆ ਸੀ ਉਹਨਾਂ ਨੇ ਕੁਛ, ਪਰ ਹੋਇਆ ਕੁਝ ਹੋਰ। ਉਹ ਗੱਲ ਨਹੀਂ ਬਣੀ। ਇਨਸਾਨ ਏਦਾਂ ਦਾ ਹੀ ਹੈ ਜੀ। ਜਦ ਤੱਕ ਜ਼ਰੂਰਤਾਂ ਪੂਰੀਆਂ ਕਰੋਗੇ, ਜਦ ਤੱਕ ਇਹ ਤੁਹਾਡੇ ਤੇ ਡਿਪੈਂਡੈਂਟ ਨੇ, ਤੁਹਾਡਾ ਮਾਨ ਸਨਮਾਨ ਆ। ਹੁਣ ਇੱਥੇ ਕੰਟੀ ਆ ਸਾਡੇ ਲਾਗੇ, ਉਹਦੇ 2 ਮੁੰਡੇ ਆ, ਕੁੜੀ ਵਿਆਹਤੀ, ਮੁੰਡੇ 2 ਹੈਗੇ। ਤੇ ਮੰਮੀ ਕਹਿੰਦੀ ਕਿ ਭੈਣ ਜੀ ਰੋਟੀ ਕਿੱਥੋਂ ਖਾਂਦੇ ਤੂੰ? ਕਹਿੰਦੀ ਮੇਰਾ ਦਿਲ ਕਰਦਾ ਕਿਤੇ ਉੱਥੋਂ ਖਾ ਲੈਂਦੀ, ਕਿਤੇ ਮੈਂ ਉੱਥੋਂ ਖਾ ਲੈਂਦੀ। ਜਦੋਂ ਮੁੰਡੇ ਵੱਖ ਹੋ ਗਏ ਤੇ ਉਹ ਮੰਮੀ ਕਹਿੰਦੀ ਕਿ ਇਹ ਕਿਹੜਾ ਤਰੀਕਾ? ਵੇਖੋ ਉਹਨਾਂ ਦੀ ਰੋਟੀ ਦੀ ਪ੍ਰੋਬਲਮ ਹੋ ਗਈ ਆ। ਉਹ ਜਸਟ ਸੋਚੋ ਕਿੱਦਾਂ ਦਾ ਸਿਸਟਮ। ਰਿਕਗਨਾਈਜ਼ ਹੀ ਨਹੀਂ ਕਰਦਾ ਅਗਲਾ ਬੰਦਾ, ਤੁਸੀਂ ਕੌਣ, ਉਹ ਕੰਟਰੀਬਿਊਸ਼ਨ ਕਿੰਨੇ ਪਾਲਿਆ, ਕਿੱਥੋਂ ਮੈਨੂੰ ਵੱਡਾ ਕੀਤਾ। ਹੁਣ ਕਮਲ ਹਰਮਨ ਨੂੰ ਤਿਆਰ ਕਰਦੀ ਹੈ ਗੁਰਬੀਰ, ਮੈਂ ਬਹਿਨਾ। ਕਮਲ 14 ਸਾਲ ਦਾ ਹੋ ਗਿਆ, ਕੱਪੜੇ ਕੁਪੜੇ A to Z ਪ੍ਰੋਪਰ ਸਰਵੈਂਟ ਵਾਂਗੂ ਕੰਮ ਕਰਨਾ ਪੈਂਦਾ, ਪ੍ਰੋਪਰ ਉਹਦਾ ਇੱਕ ਕੁੱਕ, ਪ੍ਰੋਪਰ ਉਹਦੀ ਲਾਂਡਰੀ, ਪ੍ਰੋਪਰ ਉਹਦੀ ਹਾਊਸ ਕੀਪਰ,
ਉਹਦੀ ਟੀਚਰ, ਕਿੰਨਾ ਕੁਝ ਕਰਨਾ ਹੈ। ਤੇ ਉਹ ਕੱਲ ਨੂੰ ਇਹਨਾਂ ਨੇ ਕਹਿਣਾ ਸਾਨੂੰ ਕਿਹਨੇ ਕੀਤਾ, ਉਹਨਾਂ ਕਹਿਣਾ ਕੌਣ, ਤੁਸੀਂ ਸਾਨੂੰ ਕੁਝ ਨਹੀਂ ਕੀਤਾ। ਔਰ ਕੱਲ ਨੂੰ ਇਹ ਬੰਦਾ ਕੋਈ ਅਫਸਰ ਬਣ ਗਿਆ ਤੇ ਉਹਨੇ ਕਹਿਣਾ ਜੀ ਹਾਂਜੀ ਸਰ ਤੁਸੀਂ ਕੋਈ ਕਹਿਣਾ ਚਾਹੁੰਦੇ ਸੰਦੇਸ਼, ਤੁਸੀਂ ਏਡੀ ਵੱਡੀ ਪੋਸਟ ਤੇ ਆਏ ਜੋ। ਉਹ ਕਹਿੰਦੇ ਬਸ ਮੈਂ ਜੀ ਮਿਹਨਤ ਬਹੁਤ ਕੀਤੀ, ਮੈਂ ਕੀਤੀ ਮਿਹਨਤ, ਮੈਂ ਤਾਂ ਬਣ ਗਿਆ ਇਹ ਅਫਸਰ। ਉਹਨਾਂ ਕਹਿਣਾ ਕਿ ਭਰਾਵਾ ਤੂੰ ਕੀਤੀ ਹੈ, ਸੱਚੀ ਗੱਲ ਹੈ। ਔਰ ਲੋਕੀ ਕਹਿੰਦੇ ਨੇ, ਹੁਣ ਭੁੱਲ ਜਾਂਦੇ ਆ ਕਿ ਭੋਲਿਆ ਉਹ ਜਿਹੜੀ ਬਿਲਡਿੰਗ ਦੀ ਸਭ ਤੋਂ ਉੱਪਰਲੀ ਇੱਟ ਆ ਨਾ, ਉਹਨੂੰ ਚੁੱਕਣ ਵਾਸਤੇ ਕਿੰਨੀਆਂ ਲੱਖਾਂ ਇੱਟਾਂ ਲੱਗੀਆਂ। ਔਰ ਤੇਰੇ ਤੇ ਵੀ ਜੀਵਨ ਤੇ ਲੋਕਾਂ ਨੇ ਅਹਿਸਾਨ ਕੀਤਾ ਹੈ, ਤੂੰ ਭੁੱਲ ਗਿਆ ਅੱਜ। ਅੱਜ ਤੇ ਕਹਿੰਦਾ ਬਹੁਤ ਮਿਹਨਤ ਕੀਤੀ ਹੈ। ਮੈਂ ਰਾਤ ਨੂੰ 3-3 ਵਜੇ ਤੋਂ ਪੜ੍ਹਦਾ ਰਿਹਾ। ਤੈਨੂੰ ਗਿਆਨ ਕਿੱਥੋਂ ਮਿਲਿਆ? ਤੇਰਾ ਤਾਂ ਪਹਿਲਾਂ ਮਾਂ-ਬਾਪ ਹੀ ਸੀ ਗੁਰੂ। ਔਰ ਉਹ ਵੀ ਗੁਰੂ ਇਹਨਾਂ ਦੇ ਕਿ ਜਿਨ੍ਹਾਂ ਦਾ ਕਰਜ਼ਾ ਲਾ ਨਹੀਂ ਸਕਦਾ। ਕੱਲ ਨੂੰ ਤੂੰ ਕਹਿ ਨਹੀਂ ਸਕਦਾ ਕਿ ਹਾਂ ਵੀ ਤੁਹਾਡਾ ਕਰਜ਼ਾ ਜਿੱਦਾਂ ਭੈਣ ਭਰਾ ਦਾ ਹੀ ਕਰਜ਼ਾ, ਤੁਸੀਂ ਮੇਰੀ ਲੱਖ ਰੁਪਏ 'ਚ ਮਦਦ ਕੀਤੀ, ਮੈਂ ਤੁਹਾਡਾ ਲੱਖ ਤੁਹਾਨੂੰ 1.5 ਦੇ ਦਿੱਤਾ, ਲਓ ਜੀ ਤੁਹਾਡਾ ਕਰਜ਼ਾ ਆਊਟ, 50,000 ਮੈਂ ਐਕਸਟਰਾ ਦੇ ਦਿੱਤਾ। ਮਾਂ ਪਿਓ ਦੇ ਜਿਹੜੇ ਕਰਮ ਹੈਗੇ ਉਹਦੀ ਕੀਮਤ ਨਹੀਂ ਹੈਗੀ। ਬਿਲਕੁਲ। ਔਰ ਤੁਸੀਂ ਉਹਨੂੰ ਦੇ ਨਹੀਂ ਸਕਦੇ, ਦੇ ਨਹੀਂ ਸਕਦੇ। ਬਹੁਤ ਔਖਾ ਕੰਮ ਹੈ ਜੀ। ਸੋ ਇੱਥੇ ਬਾਣੀ ਕਹਿੰਦੀ ਹੈ ਕਿ ਠੀਕ ਹੈ ਤੁਸੀਂ ਪਿਆਰ ਕਰੋ, ਮੁਹੱਬਤ ਕਰੋ, ਆਪਣਾ ਫਰਜ਼ ਸਮਝ ਕੇ ਜੀਵਨ ਬਤੀਤ ਕਰੋ। ਦੇਖੋ ਪਤਾ ਕੀ ਹੈ, ਉਹ ਵਾਲਮੀਕੀ ਜੀ ਨੂੰ ਵੀ ਉਹੀ ਸਮਝਾਈ ਸੀ ਗੱਲ ਕਿ ਬਈ ਤੁਸੀਂ ਨਾ ਜੋ ਕਰ ਰਹੇ ਜੋ, ਜਿਸ ਕਰਮਾਂ ਨੂੰ ਤੁਸੀਂ ਸਹੀ ਸਮਝ ਰਹੇ ਹੋ ਨਾ, ਇਹ ਕਰਮ ਤੁਹਾਡੇ ਲਈ ਏਡੇ ਵਧੀਆ ਨਹੀਂ ਹੈਗੇ। ਕਿਉਂਕਿ ਇਨਸਾਨ ਹੈਗਾ, ਇੱਥੇ ਕੋਈ ਬਹੁਤੀ ਲੰਮੀ ਕਹਾਣੀ ਨਹੀਂ ਹੈ। ਤੁਸੀਂ ਕਿਸੇ ਦੇ ਲੱਖ ਕਰਮ ਕੀਤੇ ਨਾ, ਕੰਮ ਕੀਤੇ, ਤੁਸੀਂ ਉਹਦੇ ਕੋਲ ਇੱਕ ਵਾਰੀ ਕੰਮ ਉਹਦੇ ਕੋਲ ਪੁੱਛੋ ਕਿ ਮੈਨੂੰ ਫਲਾਨਾ ਕੰਮ ਪੈ ਗਿਆ, ਤੁਹਾਨੂੰ ਪਤਾ ਲੱਗ ਜੂਗਾ, ਸੱਚ ਸਾਹਮਣੇ ਪ੍ਰਗਟ ਹੋ ਜਾਣਾ। ਤੁਸੀਂ ਉਹਨੂੰ ਕਹੋ ਕਿ ਬਈ ਤੁਸੀਂ ਚੈੱਕ ਕਰੋ ਯਾਰ, ਕਿਸੇ ਨੂੰ ਫੋਨ ਕਰਕੇ ਉਹਨੂੰ ਕਹੋ ਕਿ ਰੁਪਈਆ 2-3 ਲੱਖ ਦੀ ਲੋੜ ਪੈ ਗਈ ਹੈ, ਲਿਆਓ ਭਾਜੀ। ਉਹਨਾਂ ਦੀ ਸ਼ਕਲਾਂ ਤੇ ਵੇਖੋ ਜਿੱਦਾਂ ਹਵਾਈਆਂ ਨਹੀਂ ਉੱਡਦੀਆਂ ਦੀਆਂ ਨੇ ਸਾਹਿਬ। ਬਿਲਕੁਲ। ਉਹਨਾਂ ਦੇ ਸ਼ੇਰੇ ਤੇ ਹਵਾਈਆਂ ਉੱਡ ਜਾਣੀਆਂ। ਔਰ ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਪੜ੍ਹਾਉਣ ਦੇ ਲਈ ਲੱਖਾਂ ਰੁਪਈਏ ਲਾਏ ਨੇ, ਉਹਨਾਂ ਨੇ ਕਿਤੇ ਨਹੀਂ ਕਹਿਣਾ ਕਿ ਤੈਨੂੰ ਇੰਨਾ ਪੜ੍ਹਾਇਆ। ਤੁਸੀਂ ਗੋਰਖੀ ਸਾਹਿਬ ਦੇਖੋ, WhatsApp ਦੇ ਉੱਤੇ ਨਾ ਕਿਸੇ ਕੋਲੋਂ ਕੋਈ ਡਿਮਾਂਡ ਕਰਕੇ ਦੇਖ ਲਓ ਵੀ ਮੈਨੂੰ ਜਿਹੜਾ ਹੈਗਾ $500,000 ਜਾਂ ਇੰਨੇ ਰੁਪਈਏ ਦੀ ਲੋੜ ਹੈ, WhatsApp ਤੇ ਮੈਸੇਜ ਭੇਜ ਦਿਓ, ਅਗਲੇ ਨੇ ਜਵਾਬ ਨਹੀਂ ਦੇਣਾ ਉਹਦਾ। ਉਹਨੇ ਗੁੰਮ ਹੋ ਜਾਣਾ ਜਿੱਦਾਂ ਕਦੇ ਸਿਰ ਤੋਂ ਸਿੰਘ ਗੁੰਮ ਹੁੰਦੇ। ਪਰ ਨਹੀਂ, ਲੋਕੀ ਜੋ ਮਰਜ਼ੀ ਕਰਨ, ਆਪਾਂ ਇੱਕ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਕਰ, ਇਹ ਬਹੁਤ ਇੰਪੋਰਟੈਂਟ ਹੈ। ਲੋੜਵੰਦ ਇਨਸਾਨ ਤੁਹਾਡੇ ਕੋਲ ਆ ਗਿਆ, ਤੁਹਾਡੇ ਦਰ ਤੇ ਪਹੁੰਚ ਗਿਆ, ਉਹਨੇ ਤੁਹਾਨੂੰ ਮੌਕਾ ਦੇ ਦਿੱਤਾ ਜੀ, ਤੁਸੀਂ ਉਹਦੇ ਤੇ ਅਹਿਸਾਨ ਨਹੀਂ ਕਰ ਰਹੇ, ਉਹਨੇ ਤੁਹਾਡੇ ਤੇ ਅਹਿਸਾਨ ਕੀਤਾ। ਜੀ ਸਾਹਿਬ ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ। ਉਹਨੇ ਤੁਹਾਨੂੰ ਕਰਮ ਦਾ ਮੌਕਾ ਦੇ ਦਿੱਤਾ, ਚੰਗਾ ਕਰਮ। ਉਹਨੇ ਕਈ ਬੰਦੇ ਮਿਸ ਕਰ ਜਾਂਦੇ ਹਨ। ਠੱਗੀ ਮਾਰਨ ਵਾਲਾ ਨਹੀਂ ਵੱਡਾ ਨਾ, ਉਹ ਘੱਟ ਉਹਨੂੰ ਫਾਇਦਾ ਹੈ। ਜਿਹੜਾ ਠੱਗੀ ਖਾ ਰਿਹਾ ਨਾ ਔਰ ਵੇਂਦਾ ਹੈ ਸੰਸਾਰ ਤੇ ਮੈਂ ਚੰਗੇ ਕਰਮ ਕਰਨੇ, ਉਹ ਤੇ ਉੱਪਰ ਜਾ ਰਿਹਾ ਹੈ, ਉਹਨੂੰ ਕਦਾ ਨੁਕਸਾਨ ਹੈ? ਕਿਉਂਕਿ ਪਰਮਾਤਮਾ ਨੇ ਫਿਰ ਦੇ ਦੇਣਾ ਉਹਨੂੰ। ਬਿਲਕੁਲ। ਆਪ ਜਸਟ ਸੋਚੋ, ਜੇ ਇੱਥੇ ਧਰਤੀ ਦੇ ਚੰਗੇ ਬੰਦੇ ਕੋਈ ਠੱਗੀਆਂ ਮਾਰਿਆ, ਧਨ ਖਤਮ ਹੋਏ ਤੇ ਸਾਰੀ ਦੁਨੀਆ ਭੁੱਖੀ ਮਰ ਜਾਏ। ਪਰ ਪ੍ਰਕਿਰਤੀ ਏਦਾਂ ਨਹੀਂ ਮੰਨਦੀ। ਚੋਰ ਕਿਤੇ ਵੇਖਿਆ, ਚੋਰ ਕਿਤੇ ਕਿੰਨੇ ਕੁ ਸੁਖੀ ਹੁੰਦੇ ਨੇ? ਨਾ, ਉਹ ਨਹੀਂ ਸੁਖੀ ਹੋ ਸਕਦੇ। ਜੇ ਉਹ ਸੁਖੀ ਹੋਣ ਤੇ ਫਿਰ ਧਰਤੀ ਰਹਿਣ ਦੇ ਲਾਇਕ ਨਹੀਂ ਹੋਵੇਗੀ। ਫਿਰ ਕੋਈ ਧਰਮ ਨਹੀਂ ਹੈਗਾ, ਫਿਰ ਤੇ ਗੰਦ ਮੱਚ ਜੇ ਇੱਥੇ ਧਰਤੀ ਤੇ। ਪਰ ਪ੍ਰਕਿਰਤੀ ਕਹਿੰਦੀ ਹੈ ਤੂੰ ਉਹਨਾਂ ਚਿਰ ਤੱਕ ਗੰਦ ਮਚਾ ਸਕਦਾ ਜਦ ਤੱਕ ਤੇਰੇ ਕੋਲ ਕਰਮ ਹੈਗੇ ਆ। ਪਰ ਜਿੱਦਣ ਤੇਰੀ ਸਕੂਟਰੀ ਦਾ ਤੇਲ ਖਤਮ ਹੋ ਗਿਆ ਨਾ, ਫਿਰ ਨਹੀਂ ਸਕੂਟਰੀ ਚੱਲਣੀ, ਫਿਰ ਤੂੰ ਇਹ ਕਰਮ ਵੀ ਨਹੀਂ ਕਰ ਸਕਦਾ। ਬਿਲਕੁਲ। ਅਜੇ ਤੇਰੇ ਕੋਲ ਪੁੰਨ ਦਾ ਤੇਲ ਹੈਗਾ ਤੇਰੀ ਗੱਡੀ 'ਚ, ਤੂੰ ਉਹਨੂੰ ਫੂਕ ਰਿਹਾ ਔਰ ਫੁੱਲ ਸਪੀਡ ਤੇ ਫੂਕ ਰਿਹਾ, ਉੱਥੇ ਭਜਾ ਰਿਹਾ ਗੱਡੀ ਜਿੱਥੇ ਲੋੜ ਨਹੀਂ ਆ। ਹੁਣ ਤੁਸੀਂ ਕਾਰ ਤੇ ਵੇਖੋ, ਫੀਲਿੰਗ ਲਈ ਜਾਓ, ਪਰ ਜੇ ਤੂੰ ਕੰਮ ਕਰੋ ਤੇ ਫਿਰ ਤੇ ਕੋਈ ਗੱਲ ਨਹੀਂ, ਤੇ ਤੁਸੀਂ ਬਿਨਾਂ ਕੰਮ ਤੇ ਗੱਡੀ ਭਜਾਓ ਹਾਂ, ਕਿੰਨੇ ਕਿਤੇ ਨਹੀਂ ਚੱਲੂਗੀ। ਇੱਕ ਸਮਾਂ ਆਊਗਾ ਤੇਲ ਮੁੱਕ ਜਾਏਗਾ। ਜੇ ਦੁੱਖੀਆਂ ਵੀ ਚਾਰ ਹੈਗੀਆਂ, ਨਹੀਂ ਕਮਾਈ ਕਰੋਗੇ ਕਿੱਥੋਂ ਹੋਣਗੇ? ਉਹ ਵੀ ਖਤਮ ਹੋ ਜਾਣਗੇ। ਇੱਥੇ ਆਪਾਂ ਚੀਜ਼ ਨੂੰ ਸਮਝੀਏ। ਆਪਣਾ ਦੇਖ ਲਓ ਗੋਰਖੀ ਸਾਹਿਬ, ਆਪਣੇ ਅੰਦਰ ਦੇਖ ਲਓ, ਆਪਣਾ ਜਿਹੜਾ ਹੈਗੇ ਆ, ਦੇਖੋ ਆਪਣੇ ਸਾਥੀ ਜਿਹੜੇ ਹੈਗੇ ਆ ਡੇਲੀ, ਮਤਲਬ ਜਿਹੜੇ ਹੈਗੇ ਦੋਨੋਂ ਪ੍ਰੋਗਰਾਮ 'ਚ ਆਉਂਦੇ ਸੀਗੇ, ਮੇਰਾ ਬ੍ਰਦਰ ਆਉਂਦੇ ਸੀਗੇ, ਦੇਖ ਲਓ ਹੁਣ ਹੈ ਨਹੀਂ ਗੇ। ਹੁਣ ਸੁਣਨਾ ਜਿਹਾ ਲੱਗਦਾ ਇੱਕਦਮ ਜਿਹੜਾ ਹੈਗਾ ਉਹਨਾਂ ਦਾ ਸਲੋਟ। ਉਹ ਕਿਸ ਤਰ੍ਹਾਂ ਡਾਇਲਿਸਿਸ ਕਰਾਉਂਦੇ ਸੀ, ਸਿਰ ਤੇ ਜਿਹੜਾ ਪਰਨਾ ਵੀ ਲੈ ਜਾਂਦਾ ਸੀਗਾ ਔਰ ਫਿਰ ਵੀ ਕਥਾ ਸੁਣਦੇ ਰਹਿੰਦੇ ਸੀ। ਹਾਂ, ਦੇਖੋ ਸੰਸਾਰ ਤੋਂ ਏਦਾਂ ਬੰਦਾ ਨਿੱਜਰ ਸਾਹਿਬ ਨਿਕਲ ਜਾਂਦਾ, ਪਤਾ ਥੋੜੀ ਲੱਗਦਾ ਕਿਸੇ ਨੂੰ। ਹਾਂ, ਫਿਰ ਵੀ ਮੈਂ ਕਹਿੰਦਾ ਚੰਗੇ ਰਹਿ ਜਾਓ।
ਬਹੁਤ ਕਥਾ ਸੁਣ ਗਏ ਹੋ। ਬਹੁਤ ਵਧੀਆ ਰਾਏ ਜੀ, ਬਹੁਤ। ਮੈਂ ਤਾਂ ਕਹਿੰਦਾ ਸ਼ਿਫਟ ਹੋ ਗਏ ਬਹੁਤ ਜ਼ਿਆਦਾ। ਮੈਂ ਨਾ ਉਹਨਾਂ ਦੀ ਇੱਕ ਗੱਲ ਪਲੀਜ਼ ਮੈਂ ਸ਼ੇਅਰ ਕਰਨਾ ਚਾਹੁੰਦਾ, ਕਿਉਂਕਿ 2 ਸਾਲ ਪਹਿਲਾਂ ਗੋਰਖੀ ਸਾਹਿਬ ਮੇਰੇ ਨਾਲ ਮੇਰਾ ਜਿਹੜਾ ਹੈਗਾ ਜਿਹੜਾ ਮੇਰੇ ਬ੍ਰਦਰ ਦਾ ਜਿਹੜਾ ਇਹਨਾਂ ਦਾ ਹੀ ਜਿਹੜਾ ਹੈਗਾ ਪੋਤਾ ਸੀਗਾ, ਉਹਦਾ ਵਿਆਹ ਸੀਗਾ। ਅਤੇ ਉਹ ਵਿਆਹ ਤੋਂ ਬਾਅਦ ਅਸੀਂ ਜਿਹੜਾ ਉਹ ਗੱਡੀ ਚਲਾ ਰਿਹਾ ਸੀ ਅਤੇ ਮੈਂ ਬੈਠਾ ਹੋਇਆ ਸੀਗਾ ਅਤੇ ਗੱਲ ਹੋਈ। ਮੈਂ ਕਿਹਾ ਵੀ ਉਹਦਾ ਨਾਂ ਪਰਮਿੰਦਰ ਆ ਅਤੇ ਛੋਟਾ ਕਹਿੰਦੇ ਸੀ। ਮੈਂ ਕਿਹਾ ਛੋਟੇ, ਹੁਣ ਜਿਹੜਾ ਹੈਗਾ ਤੇਰੀ ਚਿੱਟੀ ਦਾੜੀ ਹੋ ਗਈ, ਮੇਰੀ ਵੀ ਚਿੱਟੀ ਦਾੜੀ ਹੋ ਗਈ ਆ, ਹੁਣ ਜਿਹੜਾ ਹੈਗਾ ਆਪਣਾ ਬਚਪਨ ਗਿਆ, ਜਵਾਨੀ ਚਲੀ ਗਈ, ਹੁਣ ਜਿਹੜਾ ਇਸ ਤੋਂ ਬਾਅਦ ਮੈਂ ਕਿਹਾ ਕੀ ਹੋਣਾ ਹੈ, ਇਸ ਤੋਂ ਬਾਅਦ ਤਾਂ ਮੈਂ ਕਿਹਾ ਫਿਰ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਆਪਾਂ ਤਾਂ ਤੁਰ ਜਾਣਾ ਹੈ। ਮੈਂ ਕਿਹਾ ਇਸ ਟਾਈਮ ਮੰਨ ਲਓ ਜੇ ਅੱਜ ਜਿਹੜਾ ਹੈਗਾ ਆਪਣਾ ਐਂਡ ਹੋ ਜਾਏ ਅਤੇ ਮਾਲਕ ਪਰਮਾਤਮਾ ਦੇ ਉੱਥੇ ਧਰਮਰਾਜ ਨੂੰ ਕੀ ਆਪਾਂ ਜਵਾਬ ਦੇਣਾ ਹੈ? ਉਹ ਜਵਾਬ ਹੈਗਾ ਤੇਰੇ ਕੋਲ? ਉਹਦਾ ਜਵਾਬ ਕੀ ਦੇਂਗਾ ਦੱਸ? ਆਪਾਂ ਕੀ ਜਵਾਬ ਦੇਵਾਂਗੇ? ਉਹਨੇ ਜੂਨ ਤਾਂ ਦੇਣੀ ਨਹੀਂ, ਉਹਨੇ ਕਹਿਣਾ ਪਹਿਲਾਂ ਮਨੁੱਖ ਜੂਨ ਦਿੱਤੀ ਸੀ, ਉਹਦਾ ਤੂੰ ਕੀ ਕਰਕੇ ਆਇਆ, ਮੈਨੂੰ ਹਿਸਾਬ ਦੇ ਦੇ। ਅਤੇ ਉਸ ਤੋਂ ਬਾਅਦ ਫਿਰ ਉਹਦਾ ਜਵਾਬ ਪਤਾ ਮੈਨੂੰ ਕੀ ਦਿੱਤਾ ਉਹਨੇ? ਉਹ ਕਹਿੰਦਾ ਭਾਈ ਸਾਹਿਬ ਇੱਕ ਗੱਲ ਮੈਨੂੰ ਦੱਸੋ ਬਈ, ਇੰਨੀ ਦੁਨੀਆ ਜਿਹੜੀ ਹੈਗੀ ਆ, ਇੰਨੀ ਦੁਨੀਆ ਉਹ ਸਾਰੇ ਦੇ ਸਾਰੇ ਧਰਮ ਦੇ ਉੱਤੇ ਚੱਲਦੇ ਆ, ਸਾਰੇ ਦੇ ਸਾਰੇ ਨਾਮ ਜਪਦੇ ਆ, ਸਾਰੇ ਦੇ ਸਾਰੇ। ਜੋ ਉਹਨਾਂ ਦਾ ਹੋਊਗਾ ਹਾਲ ਉਹੀ ਮੇਰਾ ਹਾਲ ਹੋ ਜਾਊਗਾ। ਆਹ ਜਵਾਬ ਸੀਗਾ ਉਸੇ ਬੰਦੇ ਦਾ। ਔਰ ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਸ਼ਿਫਟ ਹੋ ਗਿਆ। ਉਸ ਤੋਂ 6 ਮਹੀਨੇ ਜਾਂ 4-5 ਮਹੀਨੇ ਬਾਅਦ ਜਿਹੜਾ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ। ਦੇਖੋ ਆਇਆ ਜੀ ਗੋਰਖੀ ਸਾਹਿਬ। ਇਹ ਬੰਦਾ ਕੌਣ ਸੀ? ਇਹ ਮੇਰਾ ਬ੍ਰਦਰ, ਇਹੀ ਬ੍ਰਦਰ, ਇਸੇ ਦਾ ਜਵਾਬ ਸੀਗਾ ਇਹ। ਦੇਖੋ ਮੁੜ ਕੇ ਕਥਾ ਨਹੀਂ ਮਿਸ ਕਰਦੇ। ਹਾਂ ਦੇਖ ਲਓ। ਔਰ ਬਚਪਨ 'ਚ ਇੰਨਾ ਜ਼ਿਆਦਾ 16 ਸਾਲ ਦੇ ਬਾਅਦ ਇਹਨੇ 16 ਸਾਲ 'ਚ ਅੰਮ੍ਰਿਤ ਛਕ ਲਿਆ ਸੀ ਔਰ ਇੰਨਾ ਜ਼ਿਆਦਾ ਪਾਠ ਕਰਦਾ ਸੀ। ਇਹ ਬਾਣੀ ਪੂਰੀ ਇਹਨੂੰ ਕੰਠ ਸੀਗੀ, ਪੂਰੀ ਬਾਣੀ ਇਹਨੂੰ ਕੰਠ ਸੀ, ਚੰਗੀ ਤਰ੍ਹਾਂ ਬਾਣੀ ਇੰਨੇ ਇਹਨੇ ਬਾਣੀ ਦੇ ਨਾਲ ਰਿਹਾ ਹੈ ਨਾ। ਅਤੇ ਉਹ ਫਿਰ ਜਿਹੜਾ ਆਖਰੀ 'ਚ ਫਿਰ ਸ਼ਿਫਟ ਹੋ ਗਿਆ ਬੰਦਾ। ਹਾਂ ਦੇਖੋ, ਔਰ ਆਖਰ ਤੇ ਵੇਖੋ ਉਹਨਾਂ ਦੀ। ਮੈਂ ਤੇ ਕਹਿੰਦਾ ਕਿ ਸ਼ੁਰੂਆਤ ਕੀ ਕੀਤਾ ਉਹ ਤੇ ਇੰਪੋਰਟੈਂਟ ਨਹੀਂ, ਤੁਹਾਡਾ ਐਂਡ ਕਿੱਦਾਂ ਦਾ ਉਹ ਬੜਾ ਇੰਪੋਰਟੈਂਟ ਹੈ। ਕਿਉਂਕਿ ਲਾਸਟ ਤੇ ਮੇਨ ਹੈ। ਲਾਸਟ ਤੇ ਜਿਹੜੀ ਗੇਮ ਆ ਉਹਨੂੰ ਸਾਂਭਣਾ। ਵੇਖਿਆ ਤੁਸੀਂ ਜਦੋਂ ਫੁੱਟਬਾਲ ਦੇ ਆਖਰ ਤੇ ਗੇਮ ਜਦੋਂ ਖੇਡਦੇ ਆ ਤੇ ਉਹ ਫੈਸਲਾ ਹੋ ਜਾਣਾ ਹੁੰਦਾ। ਵੇਖੋ ਇਹ ਬੰਦੇ ਨੇ ਜਿੰਨਾ ਜੀਵਨ ਕਿੱਦਾਂ ਦਾ ਬਤੀਤ ਕੀਤਾ, ਫਿਰ ਆਖਰ ਤੇ ਵੇਖੋ ਕਥਾ ਸੁਣ ਕੇ ਇੰਨੀ ਮਲੀਨਤਾ ਦੂਰ ਕੀਤੀ ਔਰ ਜੀਵਨ ਨੂੰ ਸਮਝ ਲਿਆ। ਹਾਂ, ਜੀਵਨ ਨੂੰ ਸਮਝ ਲਿਆ। ਆਖਰੀ 'ਚ ਕਹਿੰਦਾ ਮੈਨੂੰ ਤਾਂ ਕੋਈ ਚਿੰਤਾ ਹੀ ਨਹੀਂ ਹੈਗੀ। ਕਹਿੰਦਾ ਕਿਹਾ ਵੀ ਤੈਨੂੰ ਇੰਨੀ ਬਿਮਾਰੀ ਲੱਗੀ, ਇੰਨੀ ਭਿਅੰਕਰ ਸਰੀਰ ਤੇਰਾ ਜਿਹੜਾ ਹੈਗਾ ਤੇਰਾ। ਮਿਸਿਸ ਨੇ ਕਿਹਾ, ਕਹਿੰਦਾ ਭਾਬੀ ਜੀ ਤੁਸੀਂ ਕੀ ਗੱਲ ਕਰਦੇ ਹੋ? ਜੇ ਮੈਂ ਕਿਤੇ ਮੈਂ ਨਾ ਮੈਨੂੰ ਇਸ ਪਾਸੇ ਜਿਹੜਾ ਹੈਗਾ ਬਿਮਾਰੀ ਨਹੀਂ ਹੁੰਦੀ ਤੇ ਮੈਂ ਇਸ ਪਾਸੇ ਆਉਣਾ ਹੀ ਨਹੀਂ ਸੀਗਾ। ਕਹਿੰਦਾ ਨਿੱਜਰ ਸਾਹਿਬ ਜਿਹੜਾ ਬੰਦਾ, ਦੇਖੋ ਮੈਂ ਤੇ ਤੁਹਾਨੂੰ ਇਹੋ ਕਹਿਣਾ, ਜਿੱਦਣ ਤੁਸੀਂ ਸੰਸਾਰ ਤੋਂ ਜਾਣਾ ਹੈ ਨਾ, ਇਹ ਸਤਸੰਗ ਦਾ ਮੁੱਲ ਉਦਣ ਪੈਣਾ। ਤੁਹਾਡੇ ਚਿਹਰੇ ਤੇ ਖੁਸ਼ੀ ਹੋਣੀ ਹੈ। ਤੁਸੀਂ ਕਹਿਣਾ ਮੇਰੇ ਪੱਲੇ ਕੁਛ ਹੈ। ਸੇਵਿੰਗ ਕੀਤੀ ਹੁੰਦੀ ਨਾ ਤੇ ਫਿਰ ਉਹ ਬੜੇ ਛਾਤੀ ਚੌੜੀ ਕਰਕੇ ਬੈਂਕ 'ਚ ਪਹੁੰਚ ਜਾਂਦਾ, ਕਹਿੰਦਾ ਭਾਈ ਚੱਕ ਲਓ ਮੇਰੇ ਫੜਾਓ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਇਸ ਤਰ੍ਹਾਂ ਹੀ ਜਿਹੜਾ ਇਹ ਜਿਹੜਾ ਹੈ ਨਾ ਜੀਵਨ ਹੁੰਦੇ ਹੋਏ ਜਿਹੜਾ ਆਪਾਂ ਨੂੰ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਆ। ਇਸ ਤਰ੍ਹਾਂ ਆਪਾਂ ਹੁਣ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਨਾ ਹਾਥੀ ਮਸਤ ਰਹਿੰਦਾ ਹੈ, ਇਸ ਤਰ੍ਹਾਂ ਦਾ ਕੋਈ ਚਿੰਤਾ ਨਹੀਂ ਕੋਈ ਕਿਸੇ ਕਿਸਮ ਦੀ। ਬਿਲਕੁਲ ਆਦਮੀ ਜਿਹੜਾ ਹੈਗਾ ਬੇਫਿਕਰ ਰਹਿੰਦਾ। ਬਸ ਆ ਹੈਗਾ ਇਹ ਆਉਣੀ ਚਾਹੀਦੀ ਹੈ ਬਸ। ਧੰਨੇ ਭਗਤ ਦੇ ਰੱਬ ਫਿਰ ਕੰਮ ਨਹੀਂ ਕਰਦਾ ਫਿਰਦਾ, ਉਹ ਹੁੰਦੇ ਆ ਸੱਚ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਸੰਸਾਰ ਹੈ ਹੀ ਉਹਦਾ ਵਾ। ਸਾਡਾ ਇੱਥੇ ਕੀ ਆ? ਤੁਸੀਂ ਆਪਾਂ ਜੋ ਵੀ ਕਰਦੇ ਹਾਂ ਕੇਵਲ ਤੁੱਕੇ ਨੇ, ਤੀਰ ਤੇ ਤੁੱਕੇ। ਉਹ ਫਲ ਜਿਹੜਾ ਹੈ ਪ੍ਰਮਾਤਮਾ ਲਾਉਂਦਾ ਇਹਨੂੰ, ਅਸੀਂ ਕੇਵਲ ਤੁੱਕੇ ਲਾਉਂਦੇ ਹਾਂ। ਬਿਲਕੁਲ ਸਹੀ ਹੈ ਜੀ। ਤੁੱਕੇ ਲੱਗ ਜਾਂਦੇ ਤੇ ਪ੍ਰਬੰਧਨ ਨੂੰ ਲੱਗਦਾ ਕਿ ਮੈਂ ਕਰਦਾ, ਉਹ ਤੂੰ ਨਹੀਂ ਕਰਦਾ। ਉੱਥੇ ਜਿੱਥੇ ਲੈਣ ਗਿਆ ਨਾ ਤੇ ਚੀਜ਼ ਕਿਸੇ ਨੇ ਰੱਖੀ ਹੈ ਤੇਰੇ ਲਈ। ਇੱਥੋਂ ਤੱਕ ਵੀ ਤੈਨੂੰ ਨੌਕਰੀ ਮਿਲਦੀ ਹੈ ਨਾ, ਬੜੇ ਦੁਨੀਆ ਕੁਆਲੀਫਾਈਡ ਬੈਠੀ ਹੋ, ਤੇਰੇ ਮਨ ਦਾ ਵਰਕਾ ਪਾੜਦੀ, ਤੇਰੇ ਤੋਂ ਇੰਟੈਲੀਜੈਂਟ ਬੈਠੇ ਨੇ ਲੋਕ। ਤੇਰੇ ਕਰਮਾਂ 'ਚ ਹੈਗੀ ਸੀ ਤਾਂ ਤੈਨੂੰ ਮਿਲੀ ਆ, ਕੁਝ ਹੈਗਾ ਉਹਦੇ ਪਿੱਛੇ ਬੈਕਗਰਾਉਂਡ। ਔਰ ਤੂੰ ਕਵੇਂ ਕਿ ਬਈ ਹੁਣ ਮੈਂ ਹੀ ਹਾਂ, ਮੈਂ ਬੜਾ ਕੁਆਲੀਫਾਈਡ ਹਾਂ, ਮੈਂ ਫਲਾਣਾ ਕੀਤਾ, ਮੈਂ ਟਿਮਕਾ ਕੀਤਾ। ਉਹ ਬੰਦਾ ਸਿਰਫ ਪਰਮ। ਠੀਕ ਹੈ ਜੀ ਨਿੱਜਰ ਸਾਹਿਬ, ਫਿਰ ਆਪਾਂ ਕਥਾ ਤੇ ਵਾਪਸ ਆਉਂਦੇ ਹਾਂ। ਥੋੜਾ ਜਿਹਾ ਮਾਫ਼ ਕਰਨਾ, ਪਰਸਨਲ ਹੋ ਗਿਆ ਸੀ ਮੈਂ ਥੋੜਾ ਜਿਹਾ। ਨਹੀਂ ਪਰਸਨਲ ਨਹੀਂ ਹੁੰਦਾ ਨਿੱਜਰ ਸਾਹਿਬ, ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਦੇਖੋ ਜ਼ਿੰਦਗੀ ਦੇ ਵਿੱਚ ਜਦ ਤੱਕ ਤੁਸੀਂ ਘਰ ਦੀ ਅੰਦਰੂਨੀ ਗੱਲ ਨਹੀਂ ਨਾ ਕਰੋਗੇ, ਇਹ ਜੀਵਨ ਦੇ ਵਿੱਚ ਤੁਹਾਡੇ ਬਹੁਤੀ ਵੱਡੀ ਸਿਹਤ ਨਹੀਂ ਮਿਲਣੀ। ਕਿਉਂ ਨਹੀਂ ਮਿਲਣੀ? ਕਿਉਂਕਿ ਹੁਣ ਮੈਂ ਤੁਹਾਡੇ ਨਾਲ ਵੇਖੋ ਕਿੰਨੀਆਂ ਫੈਮਿਲੀ ਦੀਆਂ ਗੱਲਾਂ ਸ਼ੇਅਰ ਕਰਦਾ, ਕੋਈ ਤੁਹਾਡੀ ਡੀਪ ਮੈਮਰੀ 'ਚ ਭੇਜਣ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈਗਾ।
ਬਿਲਕੁਲ ਸਹੀ ਹੈ ਜੀ। ਕੋਈ ਤਰੀਕਾ ਨਹੀਂ। ਜਦ ਤੱਕ ਮੈਂ ਮੇਰੀ ਜ਼ਿੰਦਗੀ ਦਾ ਕੋਈ ਹਿੱਸਾ ਨਹੀਂ ਨਾ ਜੋੜਦਾ, ਤੁਹਾਨੂੰ ਗੱਲ ਯਾਦ ਹੀ ਨਹੀਂ ਰਹਿਣੀ, ਉਦਾਂ ਹੀ ਭੁੱਲ ਜਾਣੀ। ਹੱਡ ਬੀਤੀ ਤੋਂ ਹੀ ਪਤਾ ਲੱਗਦਾ ਜੀ ਸਹੀ ਅਸਲੀ ਗੱਲ। ਅੱਜ ਜਦੋਂ ਕੋਈ ਹੱਡ ਬੀਤੀ ਸੁਣਾਉਂਦਾ ਆਪਾਂ ਨੂੰ, ਉਹ ਤੋਂ ਜ਼ਿਆਦਾ ਸਮਝ ਆਉਂਦੀ ਹੈ। ਹਾਂ, ਔਰ ਉਹ ਜਿੰਨਾ ਚਿਰ ਜਦੋਂ ਜੁੜ ਜਾਂਦੀ ਹੈ ਫਿਰ ਤੁਹਾਨੂੰ ਸਬਰ ਮਿਲ ਜਾਣਾ, ਫਿਰ ਤੁਸੀਂ ਸ਼ਾਂਤ ਹੋ ਕੇ ਬਹਿ ਜਾਣਾ। ਉਦਾਂ ਤੇ ਵੇਖੋ, ਉਦਾਂ ਬੰਦਾ ਕਿੱਥੇ ਟਿਕਦਾ ਇੱਥੇ। ਅੱਛਾ, ਇਹਦੇ ਬਾਣੀ ਆਪਾਂ ਨੂੰ ਕਹਿੰਦੀ ਹੈ ਜੈਸਾ ਤਰਵਰ ਪੰਖ ਬਸੇਰਾ, ਕਿ ਜੇ ਤੂੰ ਸੋਚਦਾ ਹੈ ਨਾ ਕਿ ਇੱਥੇ ਦੇਖ, ਇਹ ਜਿਹੜਾ ਸੰਸਾਰ ਆ, ਉੱਤੇ ਵੀ ਕਿਹਾ ਗਿਆ ਹੈ ਕਿ ਤੇਰੇ ਮਨ ਦਾ ਭਰਮ ਹੈ, ਇਹ ਪੰਛੀ ਬੈਠੇ ਨੇ ਤੇਰੇ ਰੁੱਖ ਤੇ, ਔਰ ਇਹ ਤੂੰ ਮਨ ਚੋਂ ਵਿਚਾਰ ਕਰਕੇ ਬੈਠਾ ਹੈ ਕਿ ਇੱਥੇ ਪੱਕੇ ਬੈਠੇ ਨੇ, ਇੱਥੇ ਦੇ ਸਿਟਿਜ਼ਨਸ਼ਿਪ ਹੋਲਡਰ ਨੇ। ਨਹੀਂ, ਉਹ ਜਸਟ ਸਮੇਂ ਲਈ ਤੇਰੇ ਨਾਲ ਇੱਕ ਕਨੈਕਸ਼ਨ ਜੁੜਿਆ, ਔਰ ਆਪਾਂ ਸਾਰੇ ਇੱਕ ਮੁਸਾਫਿਰ ਹੈਗੇ ਆ। ਇੱਕ ਮੁਸਾਫਿਰ ਖਾਨਾ ਹੈ ਧਰਤੀ, ਇੱਥੇ ਆਪਾਂ ਆਏ ਹਾਂ, ਔਰ ਆਪਣਾ ਇੱਕ ਜਸਟ ਆਪਣਾ ਕੋਈ ਪੁਰਾਣਾ ਲੈਣਾ ਦੇਣਾ ਹੈ, ਤੇ ਵੀ ਆਰ ਜਸਟ ਟੂਗੈਦਰ ਵੈਰੀ ਸ਼ਾਰਟ ਟਾਈਮ। ਔਰ ਤੁਸੀਂ ਇੱਕ ਅੱਖਾਂ ਬੰਦ ਕਰੋ, ਤੁਸੀਂ ਪਲੀਜ਼ ਆਪਣੇ ਪਿੱਛੇ ਵੀ ਨਜ਼ਰ ਮਾਰੋ। ਮੈਨੂੰ ਨਹੀਂ ਪਤਾ ਤੁਹਾਡੀ ਉਮਰ ਕਿੰਨੀ ਹੈ, ਤੁਹਾਡਾ ਬੀਤਿਆ ਜੀਵਨ ਜਿਹੜਾ ਇੱਕ ਸੁਪਨੇ ਤੋਂ ਵੱਧ ਨਹੀਂ ਜੀ, ਬਿਲਕੁਲ ਛੋਟਾ ਜਿਹਾ ਸੁਪਨਾ। ਇਹ ਸੰਸਾਰ ਨੂੰ ਐਵੇਂ ਨੀ ਸੰਤਾਂ ਨੇ ਮਾਇਆ ਕਹਿ ਦਿੱਤਾ ਕਿ ਉਹ ਕਹਿੰਦੇ ਮਾਇਆ ਹੈਗੀ ਹੈ। ਮਤਲਬ ਕੀ ਹੈ? ਪਿੱਛੇ ਸਭ ਮਿੱਟੀ। ਤੁਸੀਂ ਅੱਖਾਂ ਬੰਦ ਕਰੋ, ਮੈਂ ਤੁਹਾਨੂੰ ਕਈ ਵਾਰੀ ਕਹਿੰਦਾ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਹੱਥ ਲਾਓ, ਤੁਸੀਂ ਹੈਗੇ ਨਹੀਂ ਜੀ ਉੱਥੇ। ਜਰ ਸਾਹਿਬ, ਤੁਸੀਂ ਕੰਧਾਂ ਨੂੰ ਹੱਥ ਲਾਓ। ਮੈਂ ਵੀ ਆਪਣੀ ਕੰਧ ਨੂੰ, ਕੰਧ ਹੈਗੀ ਉੱਥੇ? ਕੁਛ ਨਹੀਂ ਹੈਗਾ ਉੱਥੇ, ਸਭ ਸੁਪਨਾ ਹੈ। ਇਸੇ ਕਰਕੇ ਇਹ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਇਹ ਉਹਦੇ ਵਿੱਚ ਬਣਿਆ ਹੈ। ਸੁਪਨਾ ਦੇਖੋ, ਰਾਤ ਨੂੰ ਸੁਪਨਾ ਤੁਸੀਂ ਵਹਿੰਦੇ ਜੋ, ਕਿੱਥੋਂ ਆਉਂਦੀਆਂ ਨੇ ਕਾਰਾਂ, ਜਹਾਜ਼, ਕਿੱਥੋਂ ਹੈ ਸਾਰਾ ਕੁਛ? ਮੇਜਰ ਸਾਹਿਬ, ਬਿਲਕੁਲ ਸਹੀ ਹੈ ਜੀ। ਉਹ ਤੁਹਾਡੇ ਮਨ ਦਾ ਫੋਕਸ, ਤੁਹਾਡਾ ਮਨ ਬਣਾ ਦਿੰਦਾ ਹੈ। ਕਿੱਦਾਂ ਤੁਹਾਡਾ ਪਰਿਵਾਰ, ਔਰ ਕੱਲੇ ਕੱਲੇ ਬੰਦੇ ਡਾਇਲੋਗ ਮਾਰਦੇ ਨੇ ਅੱਗੋਂ। ਕਾਰਾਂ ਦੇ ਇੰਜਨ, ਕਾਰਾਂ ਦੇ ਪਾਰਟ ਕਿੱਥੋਂ ਆਉਂਦੇ ਨੇ? ਬਣਾਏ ਨੇ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਤੁਹਾਡਾ ਮਨ ਕ੍ਰੀਏਟ ਕਰ ਦਿੰਦਾ, ਕੱਪੜੇ ਤਿਆਰ ਕਰ ਦਿੰਦਾ, ਸਾਹਮਣੇ ਬੰਦੇ ਤਿਆਰ ਕਰ ਦਿੰਦਾ, ਬੁੱਢੀਆਂ ਤਿਆਰ ਕਰਾ ਦਿੰਦਾ। ਇੰਨਾ ਪਾਵਰਫੁਲ ਹੈ। ਇਸੇ ਤਰ੍ਹਾਂ ਇਹ ਸੰਸਾਰ ਹੈ। ਇਹ ਸੰਸਾਰ ਯਥਾਰਥ ਸੱਚ ਨਹੀਂ ਹੈਗਾ, ਇਹ ਮਾਇਆ ਹੈਗੀ ਹੈ। ਔਰ ਮਾਇਆ ਹੈਗੀ ਆ ਕਹਿਣ ਤੋਂ ਭਾਵ ਇੱਕ ਸਮਾਂ ਆਊਗਾ ਬਿਲਸ ਜਾਏਗੀ, ਪਰਿਵਰਤਨਸ਼ੀਲ ਹੈਗੀ ਆ। ਅੱਜ ਆਪਾਂ ਜਿੱਦਾਂ ਦੇ ਬਚਪਨ ਚ ਸਾਂ, ਹੁਣ ਓਦਾਂ ਦੇ ਥੋੜੀ ਰਹਿ ਗਏ ਆਪਾਂ ਕੁਛ ਹੋਰ ਹੋ ਗਏ ਆ। ਇੱਕ ਸਮਾਂ ਆਉਣਾ ਆਪਾਂ ਹੋਰ ਹੋਈ ਜਾਣਾ। ਸਾਡੇ ਅੰਦਰ ਸਾਰਾ ਕੁਝ ਹੈਗਾ, ਉਹ ਬਸ ਪ੍ਰਗਟ ਹੋ ਰਿਹਾ ਪ੍ਰਕਿਰਤੀ ਦੇ ਅਧੀਨ। ਅੱਛਾ ਜੀ, ਕਹਿੰਦੇ ਆ ਕਿ ਇਹ ਜੈਸਾ ਤਰਵਰ, ਹਾਂਜੀ, ਕਹਿੰਦੇ ਚੰਦ ਨਾ ਹੋਤਾ, ਸੂਰਜ ਨਾ ਹੋਤਾ, ਪਾਣੀ ਪਵਨ ਮਿਲਾਇਆ, दास ना होता, वेद ना होता, कर्म कहाँ से आया। बिल्कुल। ਜਿਹੜੇ ਸੂਰਜ ਕਿੱਥੋਂ ਆਉਂਦੇ ਸਾਰੇ? ਜੇ ਸੂਰਜ ਨਾ ਹੁੰਦਾ, ਚੰਦ ਤਾਰੇ ਨਾ ਹੁੰਦੇ, ਧਰਤੀ ਨਾ ਹੁੰਦੀ, ਸ਼ਸਤਰ ਨਾ ਹੁੰਦੇ, ਅਗਿਆਨ ਕਿੱਥੋਂ ਆਉਂਦਾ? ਬਿਲਕੁਲ, ਇਹ ਵੀ ਨਹੀਂ ਆਉਂਦਾ। ਇਹ ਮਾਲਕ ਪਰਮਾਤਮਾ ਤੋਂ ਹੀ ਆਉਂਦਾ। ਹਾਂ, ਇਸ ਕੋਈ ਵੀ ਗਿਆਨ ਆ ਕਿੱਥੋਂ ਆਉਂਦੇ ਆ? ਸੋਰਸ ਆਫ એનર્ਜੀ ਕਿੱਥੋਂ ਆ? ਪਰਮਾਤਮਾ। ਸਾਡੇ ਘਰ ਜੇ ਬੱਤੀ ਆਈ ਹੈ ਨਾ, ਤੇ ਇਹਦਾ ਮਤਲਬ ਪਰਮਾਤਮਾ ਨੇ ਕਲਾਉਜ਼ ਰੱਖੀ ਉੱਥੇ। ਆਪ ਨਹੀਂ ਸੋਚਦੇ ਕਿ ਆਪਦੀ ਹੱਡੀ ਟੁੱਟ ਜਾਂਦੀ ਹੈ ਤੇ ਉਹ ਫੈਵੀਕਵਿਕ ਕਿੱਥੋਂ ਆਉਂਦੀ ਆ? ਆਪਣੇ ਆਪ ਦੇ ਅੰਦਰ ਹੈਗੀ ਆ। ਜੇ ਉਹ ਨਾ ਬਣਾਉਂਦਾ ਤੇ ਕਿੱਥੋਂ ਆਉਂਦੀ? ਇੱਥੋਂ ਤੱਕ ਤੁਹਾਡੀ ਚਮੜੀ ਦਾ ਰੰਗ ਵੀ ਜਿਹੜਾ ਹਰ ਦਿਨ ਤੁਹਾਡੀ ਬੋਡੀ ਪ੍ਰੋਡਿਊਸ ਕਰ ਰਹੀ ਹੈ, ਉਹ ਰੰਗ ਤੁਹਾਨੂੰ ਮਿਲਦਾ ਹੈ, ਤੇ ਇਸੇ ਕਰਕੇ ਤੁਹਾਡਾ ਰੰਗ ਮੇਨਟੇਨ ਹੈ। ਔਰ ਜਿੱਦਣ ਨੂੰ ਮਸ਼ੀਨ ਖਰਾਬ ਹੋ ਜਾਂਦੀ ਆ, ਫਿਰ ਲੋਕਾਂ ਨੂੰ ਫਲੈਰੀ ਹੋ ਜਾਂਦੀ ਹੈ। ਜੀ ਸਾਹਿਬ, ਬਿਲਕੁਲ। ਇਹਦਾ ਮਤਲਬ ਰੰਗ ਨਹੀਂ ਆ ਰਿਹਾ ਅੰਦਰੋਂ। ਤੁਹਾਡੀਆਂ ਅੱਖਾਂ ਦੀ ਮੇਨਟੇਨੈਂਸ ਐਵਰੀਡੇ ਹੁੰਦੀ ਆ, ਹਰ ਪਲ ਹੋ ਰਹੀ ਆ। ਤੁਹਾਡੇ ਅੰਦਰ ਕੁਝ ਮਰ ਰਿਹਾ, ਪਤਾ ਨਹੀਂ ਕੀ ਕੁਝ ਮਰ ਰਿਹਾ ਤੇ ਕੀ ਕੁਝ ਜਿੰਦਾ ਹੋ ਰਿਹਾ। ਕੌਣ ਕਰ ਰਿਹਾ? ਤੁਸੀਂ ਕਰ ਰਹੇ ਜੋ। ਆਪ ਜਸਟ ਸੋਚੋ, ਇੱਕ ਦਿਲ ਦੇ ਅੰਦਰ ਇੰਨੀ ਪਾਵਰ ਹੈ ਕਿ ਤੁਹਾਡੇ ਵਾਲ ਤੋਂ ਬਰੀਕ ਤੁਹਾਡੀਆਂ ਨਾੜਾਂ ਨੇ। ਇੱਕ ਛੋਟਾ ਜਿਹਾ ਪੰਪ ਕੀ ਵੱਡਾ ਪੰਪ ਲਾ ਕੇ ਉਹਨੂੰ ਕਹੋਗੇ ਨਾ 100 ਮਿੰਟ ਤੇ ਪਾਣੀ ਚੜਨਾ, ਤੇ ਪਾਗਲ ਹੋ ਜਾਂਦਾ ਹੈ। ਉਹ ਕਹਿੰਦਾ 3-4 ਘੰਟੇ ਚ ਮੈਨੂੰ ਰੈਸਟ ਦਿਓ। ਤੁਹਾਡਾ ਦਿਲ ਵੇਖੋ, ਜੋ ਤੁਸੀਂ ਜੰਮੇ ਉਦੋਂ ਦਾ ਪੰਪ ਕਰਨ ਦਿਆ। ਔਰ ਐਡਾ ਵੱਡਾ ਪੰਪ 1500 ਲੀਟਰ ਹਰ ਦਿਨ ਖੂਨ ਪੰਪ ਕਰਦਾ ਜੀ। ਬਿਲਕੁਲ। ਆਪਾਂ ਹੱਥ ਦੇ ਨਾਲ ਬਾਲਟੀਆਂ ਭਰ ਕੇ ਨਹੀਂ ਕੋਠੇ ਤੇ ਚੜ ਸਕਦੇ। ਸਭ ਪਰ ਕਿੰਨੀਆਂ ਛੋਟੀਆਂ ਨਾੜਾਂ ਚੋਂ ਖੂਨ ਭੇਜ ਰਿਹਾ। ਬਿਲਕੁਲ। ਉਹ ਕਿੰਨੇ ਬਣਾਇਆ ਦਿਲ ਤੁਹਾਡਾ? ਤੁਹਾਡੀਆਂ ਕਿਡਨੀਆਂ, ਤੁਹਾਡੇ ਲੀਵਰ ਨੂੰ ਕਿੰਨੇ ਬਣਾਇਆ? ਕੌਣ ਹੈ ਉਹ ਡਿਜ਼ਾਈਨਰ? ਔਰ ਸਾਰਾ ਕੁਝ ਕਿੱਦਾਂ ਕਵਰ ਕੀਤਾ ਹੈ? ਤੁਹਾਡੀ ਬੋਡੀ ਦੀ ਆਊਟਰ ਵੇਖੋ ਕਿੰਨੀ ਜ਼ਬਰਦਸਤ, ਕਿੰਨੀ ਪਲੈਨਿੰਗ।
ਔਰ ਗੋਰਕੀ ਸਾਹਿਬ, ਜੇ ਆਪਾਂ ਨਾ ਇੱਕ ਜੇ ਆਪਾਂ ਮੰਨ ਲਓ ਜਿਹੜੇ ਹਾਰਟ ਦੀ ਜਿਹੜੀ ਮੇਨ ਜਿਹੜੀ ਬਲੱਡ ਸਪਲਾਈ ਦੀ ਹੈਗੀ ਆ ਨਾੜ ਹੈਗੀ, ਜੇ ਉਹਨੂੰ ਕੱਟ ਦਈਏ ਤੇ ਤੀਸਰੀ ਮੰਜ਼ਿਲ ਤੱਕ ਕਹਿੰਦੇ ਆ ਬਲੱਡ ਚਲੇ ਜਾਏਗਾ ਉੱਪਰ, ਤੀਸਰੀ ਮੰਜ਼ਿਲ ਤੱਕ ਇੰਨਾ ਪ੍ਰੈਸ਼ਰ ਹੈਗਾ ਉਹਦੇ ਅੰਦਰ। ਵੇਖੋ ਹੁਣ ਪੰਪ ਹੈ ਤੇ ਪਲਾਸਟਿਕ ਜੀ ਹੈਗੀ, ਕੀ ਹੈਗਾ ਹੁਣ ਜਦੋਂ ਕਰਦੀ ਆ। ਹੁਣ ਵੇਖੋ ਉਹ ਨਿਜਰ ਸਾਹਿਬ ਦੇ ਬ੍ਰਦਰ ਜੀ ਤੇ ਕਿੱਡੀ ਵੱਡੀ ਮਸ਼ੀਨ ਚ ਪਾ ਕੇ ਤੇ ਉਹ ਖੂਨ ਸਾਫ਼ ਕਰਦੇ ਆ, ਤੇ ਤੁਹਾਡੇ ਅੰਦਰ ਹੀ ਤੇ ਲੱਗਾ ਹੋਇਆ ਤੁਹਾਡੀਆਂ ਕਿਡਨੀਆਂ। ਬਿਲਕੁਲ। ਕਿੱਦਾਂ ਵੱਡਿਆ ਅਰੇਂਜਮੈਂਟ ਆ। ਮੈਂ ਕਹਾਂ ਨਾ, ਸਾਡੀ ਸੋਚ ਨਹੀਂ ਜਾ ਇੰਨਾ ਕੁਝ ਹੋਣ ਦੇ ਬਾਵਜੂਦ ਕੋਈ ਮੰਨਦਾ ਰੱਬ ਹੈਗਾ, ਕਿਹਨੇ ਬਣਾਇਆ? ਉਹ ਕਹਿੰਦੇ ਨਹੀਂ ਬਿਗ ਬੈਂਗ ਥਿਊਰੀ ਹੋਈ ਹੈ, ਆਪਣੇ ਆਪ ਹੀ ਆ ਗਿਆ, ਬਸ ਉਸ ਤੋਂ ਬਣ ਗਿਆ। ਤਾਂ ਠੀਕ ਹੈ, ਆਪਾਂ ਪਤਾ ਗਹਿਰਾ ਨਹੀਂ ਜਾਣਾ ਇਹਨਾਂ ਦੀਆਂ ਗੱਲਾਂ ਚ। ਇੱਥੇ ਕਹਿੰਦੇ ਕਿ ਆ ਗਿਆਨ ਵੀ ਸਾਰਾ ਪਰਮਾਤਮਾ ਦਾ ਦਿੰਦਾ। ਹਾਂ, ਇਸ ਤੋਂ ਅਗਲੀ ਤੁਕ ਬੋਲੋ ਨਿਜਰ ਸਾਹਿਬ। ਹਾਂਜੀ, ਹੁਣ ਦੇਖੋ ਇਹਦੇ ਵਿੱਚ ਜਿਹੜਾ ਹੈਗਾ, ਹੁਣ ਅਗਲੀ ਤੁਕ ਕਨਕਲੂਜਨ ਹੈਗਾ ਆ ਉਹਨਾਂ ਦਾ, ਜਿਹੜਾ ਤੀਸਰਾ ਬੰਦ ਹੈਗਾ, ਉਹਦੇ ਸ਼ਬਦ ਖਤਮ ਹੋ ਰਿਹਾ ਤੀਸਰੇ ਬੰਦ 'ਚ। ਆਪਾਂ ਫਿਰ ਵਾਪਸ ਸ਼ਬਦ ਨੂੰ ਜਿਹੜਾ ਹੈਗਾ ਉਹਦਾ ਸਾਰਾਂਸ਼ ਲੈਣ ਦੀ ਕੋਸ਼ਿਸ਼ ਕਰੀਏ ਕਿ ਨਾਮਦੇਵ ਜੀ ਕਹਿੰਦੇ ਕਿ ਬਈ ਦੇਖ, ਕੋਈ ਸਾਰੀ ਚੀਜ਼ ਦੁਨੀਆ ਦੀ ਜਿਹੜੀ ਜਿੰਨੇ ਵੀ ਆਕਾਰ ਹੈਗੇ, ਜਿੰਨੀਆਂ ਜੂਨਾਂ ਹੈਗੀਆਂ, ਜਿੰਨਾ ਪਦਾਰਥ ਹੈਗੇ, ਸਾਰੇ ਪਰਮਾਤਮਾ ਦੇ ਬਣਾਏ ਹੋਏ ਬਸ। ਔਰ ਆਪਾਂ ਟੈਂਪਰੇਰੀ ਆਏ ਹਾਂ, ਦਰਖਤ ਤੇ ਬਸੇਰਾ ਹੈਗਾ ਔਰ ਇੱਥੋਂ ਤੁਰਨਾ ਹੈ ਆਪਾਂ ਨੇ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ, ਹੁਣ ਜੇ ਤੇਰੇ ਅੰਦਰ ਜਿਹੜਾ ਪਰਮਾਤਮਾ ਦੇ ਪ੍ਰਤੀ ਕੁਛ ਜਿਹੜਾ ਹੈਗਾ ਖਿੱਚ ਪੈਦਾ ਹੋ ਗਈ ਹੈ ਨਾ, ਤੇ ਪਿਆਰਿਆ ਫਿਰ ਉਹਦੀ ਮਾਲਕ ਪਰਮਾਤਮਾ ਦੀ ਭਗਤੀ ਕਰ ਲਾ, ਤੇਰਾ ਸਮਾਂ ਲਿਮਟਿਡ ਹੈਗਾ। ਹੁਣ ਇਸ ਤੋਂ ਬਾਅਦ ਚਲੋ ਜੇ ਹੁਣ ਆਪਣੇ ਅੰਦਰ ਖਿੱਚ ਪੈਦਾ ਹੋ ਗਈ, ਤੇ ਕਹਿੰਦਾ ਹਾਲੇ ਦੇਖ, ਹਾਲੇ ਵੀ ਤੈਨੂੰ ਜਿਹੜਾ ਹੈਗਾ, ਤੂੰ ਭਗਤੀ ਕਿਵੇਂ ਕਰਨੀ ਆ ਤੈਨੂੰ ਪਤਾ ਹੀ ਨਹੀਂ ਹੈ, ਕਦੋਂ ਕਰਨੀ ਹੈ ਤੈਨੂੰ ਪਤਾ ਹੀ ਨਹੀਂ ਹੈ। ਕਹਿੰਦੇ ਇਸ ਕਰਕੇ ਜਿਹੜਾ ਹੈਗਾ ਅਗਲਾ ਹੁਣ ਮਹਾਰਾਜ ਨੇ ਜਿਹੜਾ ਹੈਗਾ ਨਾਮਦੇਵ ਜੀ ਨੇ ਅਗਲਾ ਬੰਦ ਲਗਾਤਾ, ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ। ਹੁਣ ਦੇਖੋ ਇੱਥੋਂ ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ, ਇਹਦੇ ਚੋਂ ਕੀ ਆਪਾਂ ਜਿਹੜੇ ਹੈਗੇ ਇਹਦੇ ਗ੍ਰਾਮੈਟੀਕਲ ਮੀਨਿੰਗ ਲਵਾਂਗੇ, ਸ਼ਬਦਾਰਥੀ ਅਰਥ ਇਹਦੇ ਚੋਂ ਕੀ ਕੱਢ ਲਾਂਗੇ ਆਪਾਂ? ਉਹ ਕਹਿੰਦੇ ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ, ਗੁਰ ਪ੍ਰਸਾਦੀ ਮੈਨੂੰ ਮਿਲ ਗਏ, ਖੇਚਰ ਪੂਚਰ ਤੁਲਸੀ ਮਾਲਾ ਮਿਲ ਗਈ। ਖੇਚਰ ਪੂਚਰ ਕਹਿੰਦੇ ਆ, ਦੇਖੋ ਖੇ ਦਾ ਮਤਲਬ ਹੈ ਆਕਾਸ਼, ਚਰ ਦਾ ਮਤਲਬ ਹੈ ਚਰਨਾ, ਤੁਰਨਾ, ਚੱਲਣਾ, ਪੂ ਦਾ ਮਤਲਬ ਹੈ ਧਰਤੀ, ਚਰ ਮਤਲਬ ਭੂ ਵੱਲ ਨੂੰ ਜਾਣਾ, ਖੇ ਚਰ ਉੱਪਰ ਆਕਾਸ਼ ਵੱਲ ਨੂੰ ਚੜ੍ਹਨਾ। ਇਹ ਹੈਗਾ ਆਪਣੇ ਜਿਹੜੇ ਹੈਗੇ ਇਹ ਜੋਗੀ ਲੋਕ ਕਰਦੇ ਆ। ਸਵਾਸ ਜਿਹੜੇ ਆ ਕਦੀ ਖੱਬੀ ਤੋਂ ਉੱਪਰ ਚੜਾਉਂਦੇ ਆ ਤੇ ਫਿਰ ਉਹ ਦੂਸਰੇ ਚੋਂ ਸੱਜੀ ਤੋਂ ਭੂ ਵੱਲ ਨੂੰ ਕੱਢਦੇ ਆ, ਥੱਲੇ ਨੂੰ ਕੱਢਦੇ ਆ। ਇਹਨੂੰ ਕਹਿੰਦੇ ਆ ਆਪਣੇ ਜਿਹੜੇ ਆ ਰੇਚਕ ਕੁੰਭਕ। ਇਹ ਕਹਿੰਦੇ ਖੇਚਰ ਪੂਚਰ ਤੇ ਤੁਲਸੀ ਮਾਲਾ। ਹੁਣ ਤੁਲਸੀ ਮਾਲਾ ਦੇ ਕੇ ਉਹ ਕਹਿੰਦੇ ਆ ਬਈ ਤੁਲਸੀ ਦੇ ਪਵਿੱਤਰ ਬਗਣਦੇ ਆ, ਉਹਦੀ ਮਾਲਾ ਬਣਾ ਕੇ ਗਲ 'ਚ ਪਾ ਲੈਂਦੇ ਆ। ਕਹਿੰਦੇ ਕਰਮ ਕਾਂਡ, ਹੁਣ ਤੂੰ ਕਰਮ ਕਾਂਡਾਂ 'ਚ ਉਲਝ ਜਾਣਾ ਹੈ। ਜੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਤੂੰ ਮਿਸਗਾਈਡ ਹੋ ਜਾਣਾ, ਫਿਰ ਤੂੰ ਕਿਤੇ ਤੀਰਥਾਂ 'ਤੇ ਚਲਾ ਗਿਆ, ਕਿਤੇ ਬਾਹਰ ਜਿਹੜਾ ਹੈਗਾ ਨਹਾ ਲਿਆ, ਕਿਤੇ ਪਾਠ ਕਰ ਲਿਆ, ਕਿਤੇ ਕੁਛ, ਤੂੰ ਧਿਆਨ ਸਿਮਰਨ ਕਰਨਾ ਹੀ ਨਹੀਂ ਹੈਗਾ। ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ। ਕਹਿੰਦੇ ਜੇ ਮਾਲਕ ਨੂੰ ਪਾਉਣਾ ਚਾਹੁੰਦਾ ਆ ਮਿੱਤਰਾ, ਤੇ ਗੁਰੂ ਗਾਈਡ ਕਰਨਾ ਪਊਗਾ ਤੈਨੂੰ, ਔਰ ਬ੍ਰਹਮ ਗਿਆਨ ਲੈਣਾ ਪਊਗਾ, ਉਹਦੇ ਦੁਆਰਾ ਹੀ ਪਾਇਆ ਜਾਂਦਾ ਹੈ। ਕਹਿੰਦੇ ਗੁਰ ਪ੍ਰਸਾਦੀ ਪਾਇਆ, ਨਾਮਾ ਪਰਣਵੇ ਨਾਮਾ। ਨਾਮਦੇਵ ਜੀ ਬੇਨਤੀ ਕਰ ਰਹੇ, ਪਰਮ ਤੱਤ ਹੈ ਪਿਆਰਿਆ, ਪਰਮਾਤਮਾ ਹੀ ਪ੍ਰਾਈਮ ਹੈਗਾ। ਪਰਮਾਤਮਾ ਦੀ ਭਗਤੀ, ਪਰਮਾਤਮਾ ਨੂੰ ਪਾਉਣਾ, ਇਹੀ ਜਿਹੜਾ ਹੈਗਾ ਗੇਮ ਹੈਗੀ ਆ। ਸਤਿਗੁਰ ਹੋਏ ਲਖਾਇਆ, ਬ੍ਰਹਮ ਗਿਆਨੀ ਤੋਂ ਬਗੈਰ, ਸਤਿਗੁਰੂ ਤੋਂ ਬਗੈਰ, ਗੁਰਮਤਿ ਤੋਂ ਬਗੈਰ ਨਹੀਂ ਲਖਿਆ ਜਾਣਾ ਪਾਏ। ਇਸ ਕਰਕੇ ਸਹੀ ਗਾਈਡ ਲੈ ਕੇ ਭਗਤੀ ਕਰੀ। ਆ ਰੇਚਕ ਕੁੰਭਕ ਪੂਰਕ ਜਾਂ ਖੇਚਰ ਪੂਚਰ ਤੁਲਸੀ ਮਾਲਾ ਇਹਨਾਂ ਦੇ ਪਿੱਛੇ ਨਾ ਪਾਈ। ਹਾਂਜੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਇਹਦਾ ਕਾਰਨ ਪਤਾ ਕੀ ਹੁੰਦਾ? ਦੇਖੋ, ਇੱਕ ਤੇ ਐਕਸਪੈਰੀਮੈਂਟਲ ਕੋਈ ਆਪਾਂ ਕਰਦੇ ਪਏ ਹਾਂ ਚੀਜ਼। ਇੱਕ ਬੰਦਾ ਜਿਹਨੇ ਆਲਰੇਡੀ ਉਹ ਕੰਮ ਕਰ ਛੱਡਿਆ, ਉੱਥੇ ਬੈਠਾ ਹੈ, ਜਦੋਂ ਉਹ ਬੰਦਾ ਆਪਾਂ ਨੂੰ ਗਾਈਡ ਕਰਦਾ ਹੈ ਨਾ, ਤੇ ਉਹਦਾ ਜਿਹੜਾ ਨਿਰਦੇਸ਼ ਆ ਉਹ ਬਹੁਤ ਪ੍ਰੈਕਟੀਕਲ ਹੈ। ਹਾਂ, ਕਿਉਂਕਿ ਉਹਨੇ ਉਹ ਯੂਜ਼ ਕਰ ਲਿਆ, ਫਾਰਮੂਲਾ ਯੂਜ਼ ਕਰਕੇ ਉਹਨੇ ਪ੍ਰੈਕਟੀਕਲ ਕਰਕੇ ਦੇਖ ਲਿਆ। ਹਾਂ, ਤੁਸੀਂ ਓਦਾਂ ਕਾਰ ਚਲਾਉਣੀ ਹੋਵੇ ਨਾ ਤੇ ਉਹਦਾ ਮੈਨੂਅਲ ਪੜ੍ਹੋਗੇ ਨਾ ਤੇ 300-400 ਪੇਜ ਦਾ ਹੋਣਾ। ਤੇ ਕਿਸੇ ਡਰਾਈਵਰ ਕੋਲ ਚੱਲ ਜਾਓ ਤੇ ਉਹਨੇ ਤੁਹਾਨੂੰ 2-4 ਗੱਲਾਂ 'ਚ ਗੱਲ ਸਮਝਾ ਦੇਣੀ।
400 ਦਾ ਮੈਨੂਅਲ ਪੜ੍ਹ ਕੇ ਵੀ ਤੁਹਾਨੂੰ ਕੁਝ ਨਹੀਂ ਜੇ ਪਤਾ ਲੱਗਣਾ। ਹਾਂ ਪਰ ਲੋਕ ਏਦਾਂ ਕਰਦੇ ਨੇ, ਉਹ ਸੋਚਦੇ ਨੇ ਕਿ ਮੈਨੂਅਲ ਪੜ੍ਹ ਲਿਆ, ਸਾਨੂੰ ਕਾਰ ਚਲਾਉਣੀ ਆ ਗਈ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਤੇ ਗੱਡੀ 'ਚ ਬੈਠੇ ਨਹੀਂ, ਅਜੇ ਤਾਂ ਕਿਤਾਬ ਹੀ ਪੜ੍ਹੀ ਹੈ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ। ਹਾਂ, ਮੈਨੂਅਲ ਪੜ੍ਹ ਕੇ ਵੀ ਮੇਰੇ ਵਰਗੇ ਆਪਣੇ ਆਪ ਨੂੰ ਪਤਾ ਨਹੀਂ ਕਥਾਵਾਚਕ ਬਣਾ ਲੈਂਦੇ, ਪਰ ਬਾਣੀ ਕਹਿੰਦੀ ਨਹੀਂ, ਤੂੰ ਤਾਂ ਕਰ ਕਿਸੇ ਪ੍ਰੈਕਟੀਕਲ ਬੰਦੇ ਕੋਲ ਪਹੁੰਚ ਜਾ, ਜੇ ਨਹੀਂ ਪਤਾ ਲੱਗਣ ਦੇ ਤੇ ਐਵੇਂ ਨਾ ਸਮਾਂ ਬਰਬਾਦ ਕਰ। ਹੁਣ ਕਿੱਦਾਂ ਪਤਾ ਲੱਗੂ ਸਮਾਂ ਬਰਬਾਦ ਹੋ ਰਿਹਾ? ਉਹ ਕਹਿੰਦੇ ਕਿ ਤੂੰ ਦੇਖ ਤੇਰੇ ਜੀਵਨ 'ਚ ਕਿਤੇ ਔਗਣ ਹੈਗੇ ਆ, ਘਟੇ ਵਧੇ ਆ, ਜੇ ਕੋਈ ਫਰਕ ਪਿਆ ਵਾ, ਬੁਖਾਰ ਉਤਰਿਆ ਤੇ ਫਿਰ ਤੂੰ ਠੀਕ ਆ। ਪਰ ਜੇ ਟੈਂਪਰੇਚਰ 105 ਆ, 6 ਆ, 7 ਆ, ਤੇ ਤੈਨੂੰ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਤੇਰਾ ਜਿਹੜਾ ਮੈਜਰਮੈਂਟ ਕਰਨ ਦਾ ਪੈਮਾਨਾ ਹੈ ਉਹ ਹੈ ਔਗਣ। ਬਹੁਤ ਵਧੀਆ ਗੋਰਖੀ ਸਾਹਿਬ, ਜੇ ਔਗਣ ਘਟ ਰਹੇ ਆ ਪਿਆਰਿਆ, ਤੂੰ ਸਹੀ ਰਸਤੇ ਤੇ ਆ, ਉਹ ਰਸਤੇ ਨੂੰ ਛੱਡੀ ਨਾ। ਜੇ ਔਗਣ ਨਹੀਂ ਘਟ ਰਹੇ, ਤੇਰੇ ਵੱਧ ਰਹੇ ਆ, ਤੇ ਪਿਆਰਿਆ ਫਿਰ ਜਿਹੜਾ ਹੈਗਾ, ਫਿਰ ਉਹ ਰਸਤੇ ਨੂੰ ਬਦਲਣ ਵਾਸਤੇ ਵੀ ਸਮਾਂ ਨਾ ਲਗਾਈ, 1 ਸਕਿੰਟ 'ਚ ਹੀ ਪਾਸੇ ਹੋ ਜੀ। ਹਾਂਜੀ ਵੀਰ ਜੀ। ਕਬੀਰ ਜੀ ਤੇ ਉਹ ਕਹਿੰਦੇ ਜਰਜਰਾ ਬੇੜਾ ਵੇਖਿਆ ਤੇ ਮੈਂ ਉਤਰ ਗਿਆ ਚਪਾ। ਹਾਂ ਬਿਲਕੁਲ ਸਹੀ ਗੱਲ ਹੈ। ਪਰ ਉਹਦੇ ਲਈ ਵੀ ਹਿੰਮਤ ਚਾਹੀਦੀ, ਜਿਗਰਾ ਚਾਹੀਦਾ। ਤੋ ਇੱਥੇ ਆਪਾਂ ਨੂੰ ਉਹ ਬਾਣੀ ਸਮਝਾ ਰਹੇ ਨੇ ਕਿ ਬਈ ਤੁਸੀਂ ਥੋੜਾ ਜਿਹਾ ਵਿਚਾਰ ਕਰੋ, ਤੇ ਜਿਸ ਤਰੀਕੇ ਨਾਲ ਪਹਿਲੇ ਲੋਕੀ ਸਮਝਦੇ ਸੀ ਕਿ ਇਹ ਧਾਰਮਿਕ ਹੋਣਾ ਹੈ, ਉਹਨਾਂ ਚੀਜ਼ਾਂ ਨੂੰ ਮਨਾ ਕਰਦੇ ਪਏ ਨੇ। ਕਿਉਂ ਕਰਦੇ ਨੇ? ਉਹ ਕਹਿੰਦੇ ਤੂੰ ਸੱਚੀ ਤੂੰ ਅਸੀਂ ਮੰਨਦੇ ਕਿ ਧਾਰਮਿਕ ਆ, ਪਰ ਤੇਰੇ ਜੀਵਨ 'ਚ ਫਿਰ ਔਗਣ ਕਿਉਂ ਨਹੀਂ ਜਾ ਰਹੇ? ਹਾਂ ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ। ਹੁਣ ਤੂੰ ਮਾਇਆ ਦੇ ਵਿੱਚ ਲਿਪਟਿਆ ਹੋਵੇਂ, ਠੱਗੀਆਂ ਮਾਰੇ ਤੇ ਬਾਬਾ ਬਣ ਕੇ ਬੈਠਾ ਹੋਵੇਂ, ਤੇ ਪਤਾ ਨਹੀਂ ਕੀ ਕੋਈ ਬਣਾਈ ਜਾਵੇਂ, ਤੇ ਤੂੰ ਸਾਨੂੰ ਕਵੇਂ ਕਿ ਮੈਂ ਮਾਇਆ ਤੋਂ ਮੁਕਤ ਆ, ਪਰ ਤੇਰੀਆਂ ਹਰਕਤਾਂ ਨਹੀਂ ਨਾ ਉਦਾਂ ਦੀਆਂ ਗਈਆਂ। ਨਹੀਂ, ਜੇ ਕਹਿ ਰਹੇ ਆਪਾਂ ਵੀ ਭੋਜਨ ਖਾ ਰਹੇ ਹਾਂ ਆਪਾਂ ਗੋਰਖੀ ਸਾਹਿਬ, ਤੇ ਢਿੱਡ ਤਾਂ ਭਰਨਾ ਚਾਹੀਦਾ ਨਾ ਫਿਰ। ਹਾਂ, ਪਰ ਨਿੱਜਰ ਸਾਹਿਬ ਕਈਆਂ ਨੂੰ ਆਦਤ ਹੁੰਦੀ ਨਾ ਵੈਸੇ ਵੀ ਹਵਾ ਖਾਣ ਦੀ, ਲੋਕੀ ਹਵਾ ਛਕ ਜਾਂਦੇ, ਫਿਰ ਉਹ ਛਕਦੇ ਆ, ਫਿਰ ਕਈਆਂ ਨੂੰ ਹੋਰ ਨੂੰ ਛਕਾ ਦਿੰਦੇ। ਹੁਣ ਕਈ ਬੰਦੇ ਆ, ਬਾਣੀ ਕਹਿੰਦੀ ਆ ਕਿ ਜੇ ਤੂੰ ਕਿਸੇ ਬੰਦੇ ਨੂੰ ਗਲਤ ਜਗ੍ਹਾ ਤੇ ਲੈ ਗਿਆ ਨਾ, ਉਹਦੇ ਜੀਵਨ ਨੂੰ ਨਸ਼ਟ ਕਰਨ ਦਾ ਤੇਰੇ ਤੇ ਪੂਰਾ ਇਲਜ਼ਾਮ ਹੀ। ਬਿਲਕੁਲ ਬਿਲਕੁਲ। ਹੁਣ ਮੈਨੂੰ ਦੱਸੋ, ਤੁਸੀਂ ਕਹੋਗੇ ਨਹੀਂ ਨਹੀਂ ਭਾਜੀ ਏਦਾਂ ਕੁਛ ਨਹੀਂ ਹੈਗਾ, ਇਹ ਸਭ ਝੂਠ ਆ। ਤੁਸੀਂ ਕਿਸੇ ਬੰਦੇ ਨੂੰ ਗਲਤ ਏਜੰਟ ਕੋਲ ਲੈ ਜਾਓਗੇ, ਉੱਥੇ ਪੈਸੇ ਡੁੱਬ ਜਾਣਗੇ, ਕੌਣ ਜ਼ਿੰਮੇਵਾਰ? ਤੁਸੀਂ ਜ਼ਿੰਮੇਵਾਰ। ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਦੇਖੋ, ਸਭ ਪਹਿਲੀ ਗੱਲ ਤਾਂ ਜਿਹੜੀ ਹੈ ਨਾ, ਮੈਂ ਤਾਂ ਆਪਣਾ ਪ੍ਰੈਕਟੀਕਲ ਦੱਸਦਾ ਵੀ ਆਪਾਂ ਤਾਂ ਬਲਾਈਂਡ ਸੀਗੇ ਪਹਿਲਾਂ ਬਚਪਨ ਦੇ ਵਿੱਚ। ਆਪਾਂ ਨੂੰ ਗਾਈਡੈਂਸ ਜਿਹੜੀ ਹੈਗੀ ਆ, ਜੇ ਮਾਪਿਓ ਜਿਹੜੇ ਹੈਗੇ ਜਾਂ ਹੋਰ ਜਿਹੜੇ ਹੈਗੇ ਆ ਆਪਣੇ, ਜੇ ਗੁਰੂ ਜਿਹੜੇ ਹੈਗੇ, ਜੇ ਗਾਈਡੈਂਸ ਦੇਣ ਤੇ ਬਿਲਕੁਲ ਸਹੀ ਗਾਈਡੈਂਸ ਮਿਲ ਜੇ ਤੇ ਬੰਦਾ ਭਟਕਦਾ ਨਹੀਂ ਆ। ਜੇ ਨਹੀਂ ਮਿਲੇ ਤੇ ਫਿਰ ਬੰਦਾ ਭਟਕਿਆ ਹੀ ਆ। ਭਟਕਿਆ ਕੀ ਹੈ? ਫਿਰ ਤੁਸੀਂ ਦੂਜੇ ਗਲਤ ਬੰਦਿਆਂ ਦੇ ਹੱਥ 'ਚ ਆ ਜਾਣਾ। ਉਹਨਾਂ ਨੇ ਤੇ ਕਹਿਣਾ ਵਾ ਕਿ ਅਸੀਂ ਬਹੁਤ ਵਧੀਆ, ਕਾਸਟਿਊਮ ਬਹੁਤ ਜ਼ਿਆਦਾ, ਉਹਨਾਂ ਦਾ ਤੇ ਮੇਕਅਪ ਬੜਾ ਤਗੜਾ। ਬਿਲਕੁਲ ਬਿਲਕੁਲ। ਅਸਲੀ ਨਾਲੋਂ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਜ਼ਿਆਦਾ ਚਮਕ ਹੈਗੀ ਉਹਦੇ 'ਚ। ਅਸਲੀ ਦੇ ਵਿਚਾਰੇ ਆਪਣੇ ਸੋਚਣਾ ਕਿ ਮੈਂ ਸੱਚਾ ਵਾਂ। ਤੁਸੀਂ ਕੀ ਸੋਚਦੇ ਜੋ? ਜਿਹੜੇ ਵਧੀਆ ਬ੍ਰਾਂਡਡ ਕੱਪੜੇ ਨੇ ਜਾਂ ਬ੍ਰਾਂਡਡ ਜਿਹੜੇ ਕੋਈ ਇਕਵਿਪਮੈਂਟ ਹੈਗੇ ਆ ਜਾਂ ਮਸ਼ੀਨਾਂ ਹੈਗੀਆਂ, ਉਹਨਾਂ ਨੂੰ ਮਸ਼ਹੂਰੀ ਕਰਨ ਦੀ ਲੋੜ ਨਹੀਂ ਪੈਂਦੀ? ਉਹਨਾਂ ਨੂੰ ਵੀ ਪੈਂਦੀ ਆ। ਜੇ ਨਹੀਂ ਕਰਨਗੇ ਝੂਠ ਹੀ ਵਿਕਣਾ ਜੋ ਬਾਜ਼ਾਰ 'ਚ। ਫਿਰ ਬਿਲਕੁਲ ਸਹੀ ਗੱਲ ਹੈ, ਝੂਠ ਹੀ ਵਿਕਣਾ ਹੈ। ਸੱਚ ਨੂੰ ਵੀ ਜਿਹੜਾ ਹੈਗਾ, ਸੱਚ ਨੂੰ ਵੀ ਦੱਸਣਾ ਪੈਣਾ ਹੈ ਭਾਈ। ਸੱਚ ਨੂੰ ਰੌਲਾ ਪਾਉਣਾ ਪੈਣਾ। ਸੱਚ ਵੀ ਟਰਾਈ ਕਰ ਰਿਹਾ ਵਾ। ਬਿਲਕੁਲ। ਕਿਉਂਕਿ ਝੂਠ ਤੇ ਬਹੁਤ ਜ਼ਿਆਦਾ ਪਾਵਰਫੁਲ ਹੈ। ਉਹ ਤੇ ਗੁਰੂਆਂ ਦੇ ਟਾਈਮ ਤੇ ਵੇਖਿਆ ਨੀ, ਕਿੰਨੇ ਪਲੰਗ ਬਣਾ ਕੇ, ਕੀੜੀਆਂ ਬਣਾ ਕੇ ਲੋਕੀ ਬਹਿ ਗਏ ਸੀ। ਹਾਂ, ਇਹ ਸੰਸਾਰ ਹੈ, ਇਸੇ ਤਰ੍ਹਾਂ ਚੱਲਣਾ। ਆਪਾਂ ਬਹੁਤੀ ਟੈਨਸ਼ਨ ਨਹੀਂ ਲੈਣੀ, ਅਸੀਂ ਕੇਵਲ ਆਪਣੇ ਤੇ ਧਿਆਨ ਦੇਣਾ। ਠੀਕ ਹੈ ਜੀ। ਔਰ ਜਿੱਥੇ ਲੋੜ ਪੈਂਦੀ ਹੈ, ਜਿੱਥੇ ਜ਼ਰੂਰਤ ਆ, ਉੱਥੇ ਸਟੈਂਡ ਲੈਣਾ ਬਸ। ਅੱਛਾ ਨਿੱਜਰ ਸਾਹਿਬ, ਆ ਤੋਂ ਬੋਲੋਗੇ ਨਹੀਂ? ਹੋ ਗਈ? ਹਾਂਜੀ, ਇਹ ਹੋ ਗਿਆ। ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ, ਨਾਮ ਪੜਨਵੇ ਪਰਮ ਤਤ ਹੈ, ਸਤਿਗੁਰੂ ਹੋਏ ਲਿਖਾਇਆ। ਬਿਲਕੁਲ ਠੀਕ ਹੈ ਜੀ। ਤੁਹਾਡੇ ਜਦੋਂ ਤੁਸੀਂ ਉਹ ਗਾਈਡੈਂਸ 'ਚ ਆ ਗਏ, ਚੰਗੇ ਲੋਕਾਂ ਕੋਲ ਬਹਿ ਗਏ, ਬਸ ਕੰਮ ਹੋ ਗਿਆ। ਬਾਕੀ ਤੇ ਰਹਿ ਕੁਛ ਨਹੀਂ ਗਿਆ। ਕਿਉਂਕਿ ਜਿਹੜਾ ਉਹਨਾਂ ਨੇ ਤੁਹਾਨੂੰ ਗਾਈਡੈਂਸ ਕਰਨੀ, ਉਹ ਤੇ ਸਿੱਧਾ ਮੀਂਹ ਪੈਣਾ ਉੱਤੇ, ਤੁਹਾਡੇ ਅੰਮ੍ਰਿਤ ਦੀ ਵਰਖਾ ਹੋਣੀ ਹੈ ਤੁਹਾਡੇ ਤੇ। ਦੇਖੋ, ਜਦੋਂ ਮੀਂਹ ਪੈਂਦਾ ਹੈ ਤੇ ਫਿਰ ਕਿਸੇ ਕੋਈ ਸਟੇਟਮੈਂਟ ਥੋੜੀ ਲੈਣ ਦੀ ਲੋੜ ਹੈ। ਤੁਸੀਂ ਖੁਦ ਉਹਨਾਂ ਨੂੰ ਅਨੁਭਵ ਕਰਦੇ ਜੋ ਮੀਂਹ ਪੈਂਦੇ ਆ, ਬਾਹਰ ਗਿੱਲੇ ਹੋ ਗਏ, ਕੱਪੜੇ ਗਿੱਲੇ ਹੋ ਗਏ, ਜਲ ਥਲ ਹੋ ਗਈ ਆ। ਤੇ ਜਦੋਂ ਤੁਹਾਡੇ ਜੀਵਨ 'ਚ ਪਰਮਾਤਮਾ ਦੇ ਆਨੰਦ ਦੀ ਜਦੋਂ ਵਰਖਾ ਹੋਣੀ ਹੈ, ਤੇ ਫਿਰ ਸਭ ਤੋਂ ਵੱਡੇ ਸਬੂਤ ਤੁਸੀਂ ਜੋ। ਹਾਂ, ਹੋਰ ਕਿਹੜੇ ਸਬੂਤ ਦੀ ਲੋੜ ਆ? ਫਿਰ ਲੋਕਾਂ ਨੇ ਥੋੜੀ ਤੁਹਾਨੂੰ ਕਹਿਣਾ ਕਿ ਵੀ ਤੇਰਾ ਚਿੱਤ ਸ਼ਾਂਤ ਹੋ ਗਿਆ। ਤੁਸੀਂ ਖੁਦ ਕਹਿਣਾ ਵੀ ਮੇਰਾ ਚਿੱਤ ਸ਼ਾਂਤ ਹੋ ਗਿਆ।
ਹੁਣ ਭਟਕਣਾ ਨਹੀਂ ਹੈ, ਗਤੀਹੀਨ ਹੋ ਗਿਆ। ਉਹ ਰਾਮਾਨੰਦ ਜੀ ਕਹਿੰਦੇ ਨੇ ਮੇਰੇ ਚਿੱਤ ਨਾ ਚੱਲੇ ਮਨ ਪਿਓ ਪੰਗ। ਹਾਂਜੀ, ਇੱਕੋ ਹੀ ਵੇਖੋ ਉਹਨਾਂ ਨੇ ਉਹ ਬਚਨ ਦੇ ਵਿੱਚ ਸਾਰੀ ਗੱਲ ਕਲੀਅਰ ਕਰਤੀ ਕਿ ਮੇਰਾ ਚਿੱਤ ਨਹੀਂ ਚੱਲਦਾ। ਹੁਣ ਕਿਉਂ ਨਹੀਂ ਚੱਲਦਾ? ਚਿੱਤ ਸ਼ਾਂਤ ਹੋ ਗਿਆ। ਹੁਣ ਚਿੱਤ ਕਿੱਥੋਂ ਸ਼ਾਂਤ ਹੋਊਗਾ? ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਆਚਾਰ ਠੀਕ ਕਰ ਲਓ, ਨਹੀਂ ਆਚਾਰ ਠੀਕ ਤੇ ਭਗਤੀ ਕਰੋ, ਉਹਨਾਂ ਤੋਂ ਪਾਵਰ ਲਓ ਆਪਣੇ ਪਿਓ ਤੋਂ ਵੀ ਥੋੜੀ ਤੁਹਾਨੂੰ ਪਾਵਰ ਬੋਰ ਦੇ ਦੇ। ਪਈ ਖੇਡ ਤੁਹਾਡੀ ਆ, ਕੋਚ ਕੇਵਲ ਤੁਹਾਨੂੰ ਦੱਸਦਾ ਹੀ ਹੈ। ਦਾਓ ਪੇ ਦੱਸੂਗਾ, ਤੁਹਾਨੂੰ ਲੜਨ ਦਾ ਤਰੀਕਾ ਦੱਸੂਗਾ, ਤੁਹਾਨੂੰ ਦੱਸੂਗਾ ਕੀ ਖਾਣਾ ਜਾਂ ਕੀ ਨਹੀਂ ਖਾਣਾ। ਨਿੱਜਾ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਲੜਨਾ ਤੁਹਾਨੂੰ ਨਹੀਂ ਪੈਣਾ, ਇਹ ਨਿਯਮ ਹੈ। ਕੋਈ ਕਿਸੇ ਦੇ ਨਾਲ ਨਹੀਂ ਲੜ ਸਕਦਾ। ਕਿਉਂ ਨਹੀਂ ਲੜ ਸਕਦਾ? ਕਿਉਂਕਿ ਵਿਧੀ ਹੈ, ਇਹੋ ਵਿਧਾਨ ਤੇ ਹੈ ਪਰਮਾਤਮਾ ਦਾ। ਟੀਚਰ ਪ੍ਰੋਫੈਸਰ ਦਾ ਕੰਮ ਹੈ ਤੁਹਾਨੂੰ ਪੜ੍ਹਾਉਣਾ, ਤੁਹਾਨੂੰ ਲਿਖਾਉਣਾ। ਤੁਸੀਂ 1000 ਵਾਰੀ ਕੀ ਲੱਖ ਵਾਰੀ ਟੀਚਰ ਤੋਂ ਪੁੱਛੋ, ਉਹ ਤੁਹਾਨੂੰ ਸਮਝਾਉਂਦਾ ਹੈ। ਏਦਾਂ ਨਹੀਂ ਏਦਾਂ ਹੱਲ ਕਰ, ਏਦਾਂ ਨਹੀਂ ਏਦਾਂ। ਪਰ ਜਿੱਦਣ ਪੇਪਰ ਹੋਏ ਉਹ ਤੁਹਾਨੂੰ ਹੀ ਦੇਣੇ ਪੈਣੇ ਆ। ਮੇਜਰ ਸਾਹਿਬ ਬਿਲਕੁਲ ਸਹੀ ਹੈ, ਬਿਲਕੁਲ। ਐਗਜ਼ਾਮ ਚ ਆਪਾਂ ਜਾ ਸਕਦੇ ਹਾਂ, ਟੀਚਰ ਨਹੀਂ ਜਾਏਗਾ ਭਾਈ। ਇੱਕ ਗੱਲ ਹੋਰ, ਜੇ ਮੰਨ ਲਓ ਟੀਚਰ ਕਹਿੰਦਾ ਮੈਂ ਤੁਹਾਡਾ ਪੇਪਰ ਲਿਖ ਦੂੰਗਾ, ਉੱਥੇ 100 ਬੱਚਾ ਬੈਠਾ, ਉਹ 100 ਦਾ ਪੇਪਰ ਲਿਖ ਸਕਦਾ ਹੈ? ਨਾ। ਆਪ ਸੋਚਦੇ ਹੋ ਪਰਮਾਤਮਾ ਪਾਗਲ ਹੈ, ਉਹਨੂੰ ਪਤਾ ਨਹੀਂ ਹੈ ਕਿ ਕੌਣ ਕੀ ਕਰਦਾ ਫਿਰਦਾ ਹੈ। ਇੱਕ ਨਕਲੀ ਟੀਚਰ ਜਿਹਨੂੰ ਮਾਂ ਦਾ ਸਿਰ ਵੀ ਨਹੀਂ ਪਤਾ, ਨਕਲੀ ਡਿਗਰੀ ਲੈ ਕੇ ਤੇ ਉੱਥੇ ਪ੍ਰੋਫੈਸਰ ਲੱਗ ਗਿਆ, ਉਹਦੇ ਪੜ੍ਹਾਏ ਬੱਚੇ ਕੀ ਕਰਨਗੇ? ਤੁਸੀਂ ਸੋਚਦੇ ਸਾਰੇ ਪਾਸ ਹੋ ਜਾਣਗੇ? ਇੱਕ ਵੀ ਨਹੀਂ ਪਾਸ ਹੋਊਗਾ। ਇੱਕ ਵੀ ਪਾਸ ਨਹੀਂ ਹੋਣਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ। ਇਸੇ ਤਰ੍ਹਾਂ ਇਹ ਜਿਹੜੇ ਲੋਕ ਦੇਖਦੇ ਨੇ ਇਹ ਕੌਣ ਟੀਚਰ ਨੇ, ਟੀਚਰ ਤੇ ਬਣ ਗਏ ਨੇ। ਹੁਣ ਇੱਥੇ ਕੁੜੀ ਨਿੱਕੀ ਛੋਟੀ ਜਿਹੀ 8-7 ਸਾਲ ਦੀ ਹੈ, ਉਹ ਕਥਾ ਸੁਣਾਉਂਦੀ ਹੈ। ਸੁਣਾਈ ਜਾਵੇ ਕੋਈ ਗੱਲ ਨਹੀਂ ਹੈ, ਪਰ ਉਹਨੂੰ ਪਤਾ ਹੈ ਕਿ ਕਥਾ ਕੀ ਕਹਿੰਦੀ ਹੈ। ਪਰ ਲੋਕੀ ਉਹ ਕਹਿੰਦੇ ਨਹੀਂ ਛੋਟਾ ਜਿਹਾ ਬੱਚਾ ਵੇਖੋ ਜੀ ਕਿੰਨੀ ਵਧੀਆ ਕਥਾ ਕਰਦਾ, ਪਰ ਕਥਾ ਠੀਕ ਹੈ, ਪਰ ਉਹਨੇ ਜੀਵਨ ਨੂੰ ਸਮਝਿਆ ਨਹੀਂ, ਜੀਵਨ ਨੂੰ ਬਤੀਤ ਹੀ ਨਹੀਂ ਕੀਤਾ, ਜੀਵਨ ਦਾ ਅਨੁਭਵ ਨਹੀਂ ਉਹਨੂੰ ਵਿਚਾਰੇ ਨੂੰ, ਬੱਚੇ ਨੂੰ। ਉਹਦੇ ਬੱਚਾ ਹੈ, ਪਰ ਲੋਕ ਏਦਾਂ ਹੀ ਕਰ ਦਿੰਦੇ ਨੇ, ਕਰ ਲੈਂਦੇ ਆ ਹਿਪੋਕ੍ਰੇਸੀ, ਪਖੰਡ। ਬਸ ਏਦਾਂ ਦਾ ਵਿਚਾਰ ਆ। ਤੁਸੀਂ ਧਿਆਨ ਦਿਆ ਕਰੋ ਆਪਣੇ ਜੀਵਨ ਦੇ ਪ੍ਰਤੀ। ਮੈਂ ਤੇ ਕਹਿੰਦਾ ਕਿ ਬਹੁਤਾ ਜ਼ਿਆਦਾ ਇੱਧਰ ਉੱਧਰ ਵੇਖਣ ਤੋਂ ਨਾਲੋਂ ਤੁਹਾਨੂੰ ਆਪਣੇ ਆਪ ਨੂੰ ਵੇਖਣਾ ਚਾਹੀਦਾ, ਤਾਂ ਤੇ ਕੁਛ ਪ੍ਰਾਪਤੀ ਵੀ ਹੋ ਜਾਊਗੀ। ਬਾਣੀ ਇਸੇ ਲਈ ਕਹਿੰਦੀ ਕਿ ਇਸ ਚੀਜ਼ ਤੋਂ ਸਾਨੂੰ ਮੁਕਤ ਕਰਨ ਦੇ ਲਈ ਬਾਣੀ ਕਹਿੰਦੀ ਹਮ ਨਹੀਂ ਚੰਗੇ ਤੇ ਬੁਰਾ ਨਹੀਂ। ਕਿਉਂਕਿ ਤੂੰ ਦੂਜੇ ਨੂੰ ਬੁਰਾ ਕਹਿ ਕਹਿ ਕੇ ਅਸਲ ਦੇ ਵਿੱਚ ਤੂੰ ਆਪਣੀ ਜਿਹੜੀ ਤੇਰੀ ਬੁਰਾਈ ਆ ਤੂੰ ਉਹਨੂੰ ਛੋਟਾ ਕਰਨਾ ਚਾਹੁੰਦਾ। ਨਹੀਂ, ਆਪਣੇ ਅੰਦਰ ਬੁਰਾਈ ਲੈ ਕੇ ਆ ਜਾਣੀ ਆਪਾਂ ਨੇ। ਆਪਾਂ ਜਿੱਥੇ ਆਪਾਂ ਜਿਸ ਜਗ੍ਹਾ ਤੇ ਆਪਾਂ ਸਵਾਸ ਲਗਾ ਰਹੇ ਹਾਂ, ਆਪਾਂ ਤਾਂ ਦੂਜੇ ਦੀ ਬੁਰਾਈ ਦੇ ਵਿੱਚ ਸਵਾਸ ਲਗਾ ਰਹੇ ਹਾਂ। ਉਹ ਤਾਂ ਡੈਫੀਨੇਟਲੀ ਜਿੱਥੇ ਆਪਾਂ ਜਿਹੜੀ ਹੈਗੀ ਜੋ ਕਿਰਿਆ ਕਰ ਰਹੇ ਹਾਂ ਉਹਦੀਆਂ ਲੀਹਾਂ ਤਾਂ ਆਪਣੇ ਅੰਦਰ ਬਣਨੀਆਂ। ਹਾਂਜੀ ਨਿਜਾ ਸਾਹਿਬ, ਚਿੱਤ ਦੇ ਵਿੱਚ ਤੁਸੀਂ ਕੋਈ ਵੀ ਦੇਖੋ, ਇੱਕ ਚੀਜ਼ ਨੂੰ ਦੇਖੋ। ਉਹ ਕਹਿੰਦੇ ਆ ਕਿ ਕੱਜਲ ਦੀ ਕੋਠੀ ਵਿੱਚ ਬੜਿਆ ਤੇ ਕਾਲਖ ਬਣ ਕੇ ਲੱਭੇ। ਹਾਂ, ਕਹਿੰਦੇ ਠੇਕੇ ਵਿੱਚ ਸ਼ਰਬਤ ਪੀਵੇਂ ਕਿਆ ਸ਼ਰਾਬੀ ਜਾਵੇ। ਤੂੰ ਇੱਕ ਕਾਲਖ ਦੇ ਵਿੱਚ ਕਹਿੰਦੇ ਕੋਲਾ ਜਿਹੜਾ ਹੁੰਦਾ ਨਾ, ਜਦੋਂ ਗਰਮ ਹੁੰਦਾ ਹੱਥ ਸਾੜਦਾ, ਠੰਡਾ ਹੋਵੇ ਤੇ ਫਿਰ ਵੀ ਹੱਥ ਕਾਲਾ ਕਰਦਾ। ਇਹਨੂੰ ਨਿੰਦਿਆ ਚੁਗਲੀ ਚੋਂ ਕਦੇ ਵੀ ਚੰਗੀ ਚੀਜ਼ ਪ੍ਰਾਪਤ ਨਹੀਂ ਹੋਣੀ। ਕੇਵਲ ਇੱਕ ਰਸ ਸਵਾਦ ਹੈ, ਇਹਨੂੰ ਇੰਦਰੀਆਂ ਦਾ ਰਸ ਕਹਿੰਦੇ ਆ। ਉਹ ਚ ਵੀ ਇੱਕ ਅਲੱਗ ਬੰਦੇ ਨੂੰ ਫੀਲਿੰਗ ਮਿਲਦੀ। ਜਦ ਤੱਕ ਕਈ ਬੰਦੇ 10-20 ਬੰਦਿਆਂ ਦੀ ਚੁਗਲੀ ਨਾ ਕਰ ਲੈਂਦੇ, ਉਹਨਾਂ ਨੂੰ ਚੈਨ ਨਹੀਂ ਹੁੰਦਾ ਨਿਜਤਾ ਅੰਦਰ। ਜਿੱਦਾਂ ਬੰਦੇ ਨੂੰ ਉਲਟੀ ਕਰਨੀ ਹੁੰਦੀ ਨਾ, ਬੰਦੇ ਕਈ ਉਲਟੀ ਕਰਨਾ ਚਾਹੁੰਦੇ, ਔਰ ਉਹਨਾਂ ਨੂੰ ਕੋਈ ਬੰਦਾ ਮਿਲ ਜਾਏਗਾ, ਫਿਰ ਉਹ ਇੱਕਦਮ ਉਲਟੀ ਕਰਨਗੇ 1.5-2 ਘੰਟੇ ਕਰਕੇ। ਫਿਰ ਇੱਕ ਪੰਜਾਬੀ ਫਿਲਮ ਮੈਂ ਵੇਖ ਰਿਹਾ ਸੀ, ਉਹ ਆਂਟੀ ਕਹਿੰਦੀ ਘੰਟਾ ਕੁ ਬੋਲ ਕੇ ਨਾ ਚੁਗਲੀ ਕਰਕੇ ਕਹਿੰਦੀ ਹੁਣ ਮੇਰੀ ਗੈਸ ਉਤਰ ਗਈ, ਹੁਣ ਮੈਂ ਘਰ ਜਾਂਦੀ। ਪੰਜਾਬੀ ਫਿਲਮ ਹੈ, ਨਵੀਂ ਹੀ ਉਹ ਹੁਣੇ ਨਵੀਂ ਲਵੀਂ, ਕਹਿੰਦੀ ਹੁਣ ਆਫਰਾ ਉਤਰ ਗਿਆ ਵਾ, ਹੁਣ ਮੈਂ ਪੁੱਤ ਘਰ ਜਾਂਦੀ ਹਾਂ, ਮੇਰਾ ਸਰ ਗਿਆ ਬਸ। ਤੇ ਹੁਣ ਉਹਨੂੰ ਸਵੇਰੇ ਫੇਰ ਉੱਠੀ, ਉਹਨੂੰ ਗੱਲ ਕਿਹਨੇ ਦੱਸੀ ਨਿੱਜਰ ਸਾਹਿਬ, ਤੇ ਉਹਦਾ ਢਿੱਡ ਤੇ ਗੈਸ ਵੱਧਦੀ ਜਾਂਦੀ। ਉਹ ਬੰਦਾ ਲੱਭੇ ਕਿ ਕੋਈ ਨਾ ਕੋਈ ਮਿਲ ਜੇ ਸ਼ਿਕਾਰੀ, ਤੇ ਮੈਂ ਫਿਰ ਉਹਦਾ ਸ਼ਿਕਾਰ ਕਰਾਂ, ਤੇ ਫਿਰ ਉਹਨੂੰ ਗੱਲ ਸੁਣਾਵਾਂ ਸਾਰੀ, ਫਿਰ ਸ਼ਾਂਤੀ ਨਾ ਹੋ ਕੇ ਮੈਂ ਘਰ ਪਵਾਂ। ਪਰ ਕਈਆਂ ਬੰਦਿਆਂ ਦੀ ਆਦਤ ਹੁੰਦੀ ਗੱਲ ਹਜਮ ਕਰ ਹੀ ਨਹੀਂ ਪਾਉਂਦੇ। ਉਹ ਜਿੰਨਾ ਚਿਰ ਤੱਕ 10-20 ਨੂੰ ਸਲਾਹ ਨਹੀਂ ਦਿੰਦੇ, ਚੈਨ ਨਹੀਂ ਹੁੰਦਾ। ਪਰ ਬਾਣੀ ਕਹਿੰਦੀ ਜਿੱਥੇ ਗੱਲ ਸੁਣੀ ਉੱਥੇ ਮਿੱਟੀ ਕਰਦੇ, ਦੇਖ ਕੇ ਐਂਡਿਟ ਕਰਦੇ। ਅਰਦਾਸ ਚ ਆਪਾਂ ਰੋਜ਼ ਕਹਿੰਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਮੱਤ ਦਿੱਤੀ, ਪਰ ਆਪਾਂ ਤੋਂ ਕੁਝ ਹੋਰ ਬਣਾ ਲਿਆ। ਗੁਰੂ ਨਾਨਕ ਪਾਤਸ਼ਾਹ ਨੇ ਇਹ ਨੀ ਕਹੇ ਪਿੰਡ ਵਾਲੇ ਉਜੜ ਜੋ, ਤੇ ਜਿਹੜੇ ਚੰਗੇ ਉਜੜ ਜਾਣ। ਤੇ ਉਹ ਕਹਿੰਦੇ ਸੀ ਜਿਹੜੇ ਤੇਰੇ ਚੰਗੇ ਵਿਚਾਰ ਆ ਉਹਨਾਂ ਨੂੰ ਉਜਾੜ ਦੇਵੀਂ,
ਤੇ ਜੇ ਕਿਸੇ ਦੀ ਬੁਰਾਈ, ਕਿਸੇ ਦੀ ਘਟੀਆ ਚੀਜ਼ ਵੇਖ ਲਈ ਨਾ ਦੱਸੀ ਕਿਸੇ ਨੂੰ। ਹਾਂ, ਪਰ ਆਪਾਂ ਆਪਣੇ ਕੋਲੋਂ ਮੀਨਿੰਗ ਕੱਢ ਲੈਂਦੇ ਆ। ਇਹੋ ਹੀ ਸੀ ਵਿਚਾਰ ਉਹਨਾਂ ਦੇ। ਵਿਚਾਰ ਚੰਗੇ ਹੁੰਦੇ ਤੇ ਬੁਰੇ ਹੁੰਦੇ ਆ। ਜੇ ਤੈਨੂੰ ਚੰਗਾ ਮਿਲ ਜੇ ਤੇ ਦੱਸ ਦੇਵੀਂ, ਤੇ ਜੇ ਕਿਸੇ ਨੇ ਮਾੜੀ ਗੱਲ ਕੀਤੀ ਹੈ ਤੇ ਇਹ ਨਾ ਹੋਵੇ ਕਿ ਲੋਕਾਂ ਨੂੰ ਸੁਣਾਉਣ ਡਿਆ ਵੀ ਬਿਲਕੁਲ। ਤੇਰੇ ਲਈ ਉਹ ਫਲਾਣਾ ਬੰਦਾ ਮਾੜੀ ਚੀਜ਼ ਬੋਲਦਾ, ਤੂੰ ਕਮੀ ਕੀ ਮੈਂ ਸੁਣੀ ਨਹੀਂ, ਉੱਥੇ ਮਿੱਟੀ ਕਰਦੇ ਤੇ ਫਿਰ ਜੀਵਨ ਤੇਰਾ ਸਹੀ। ਹਾਂਜੀ, ਅੱਜ ਦੀ ਵਿਚਾਰਨੇ ਚ ਸਾਹਿਬ ਇੱਥੇ ਸਮਾਪਤ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ ਮਿਹਰ ਕਰੋ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੀ। ਮੇਰੇ ਮਨ ਦੇ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸ਼ੁਭ ਭਾਵਨਾ ਦੀ ਪੂਰਤੀ ਕਰਨੀ। ਮੇਰੇ ਪਿਤਾ ਇੱਕ ਅਰਦਾਸ ਆਈ, ਇੱਕ ਮਾਤਾ ਆਪਣੇ ਬੱਚੇ ਦੀ ਅਰਦਾਸ ਕਰਦੀ ਹੈ, ਕਹਿੰਦੀ ਕਿ ਪੁੱਤ ਮੇਰਾ ਸ਼ਰਾਬ ਬਹੁਤ ਪੀਂਦਾ, ਕਹਿਣਾ ਨਹੀਂ ਮੰਨਦਾ। ਮੇਰੇ ਪਿਤਾ ਆਪ ਉਹਨਾਂ ਨੂੰ ਸਮੱਤ ਬਖਸ਼ੋ, ਨਾਮਦਾਨ ਬਖਸ਼ੋ, ਤਾਂ ਜੋ ਆਪਣਾ ਜੀਵਨ ਸਹੀ ਤਰੀਕੇ ਨਾਲ ਬਤੀਤ ਕਰਨ। ਅਰਸ਼ ਜੀ ਵੀ ਕਰਦੇ ਘਰ ਨੂੰ ਆਵੇ ਮਹਾਰਾਜ। ਮੇਰੇ ਪਿਤਾ ਇੱਕ ਪਿਤਾ ਆਪਣੇ ਪੁੱਤ ਦੀ ਅਰਦਾਸ ਕਰਾਉਂਦਾ ਹੈ, ਪੁੱਤ ਦੇ ਸਰੀਰ ਵਿੱਚ ਕਸ਼ਟ ਹੈ, ਮਿਹਰ ਕਰੋ ਮੇਰੇ ਪਿਤਾ, ਉਹਨਾਂ ਨੂੰ ਸਮੱਤ ਬਖਸ਼ੋ। ਜੋ ਵੀ ਕਰਮ ਨੇ, ਮਾੜੇ ਨੇ ਚੰਗੇ ਨੇ, ਆਪ ਜਾਣੀ ਜਾਣ ਜੋ ਮੇਰੇ ਪਿਤਾ, ਉਹਨਾਂ ਨੂੰ ਸਮੱਤ ਬਖਸ਼ੋ, ਦਿਨ ਰੋਕਤਾ ਬਖਸ਼ੋ, ਤਾਂ ਜੋ ਬੱਚਾ ਆਪਣੇ ਘਰੇ ਆਵੇ, ਆਪਣਾ ਇਲਾਜ ਕਰਾਵੇ, ਆਪਣਾ ਜੀਵਨ ਸਹੀ ਤਰੀਕੇ ਨਾਲ ਬਤੀਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਹੁਣ ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ